ਠੀਕ ਆ। ਅੱਲਾ ਦਾ ਸ਼ੁਕਰ ਹੈ, ਦੁਆਵਾਂ ਹੈ। ਆਪਣਾ ਨਾਮ ਕੀ ਆ? ਅਬਦੁਲ ਸਤਾਰ। ਤੇ ਵਾਲਿਦ ਦਾ ਨਾਂ ਹਜ਼ਾਰਾ। ਤੇ ਦਾਦਾ ਦਾ ਨਾਂ ਯਾਦ ਆ? ਗੇਂਦਾ। ਅੱਛਾ, ਪਿੱਛੋਂ ਪਿੰਡ ਕਿਹੜਾ ਸੀ ਪਿਛਲਾ ਆਪਣਾ? ਗਾਲ ਵੱਡੀ। ਅੱਛਾ, ਪਰ ਪਹਿਲੇ ਨਾ ਹੋਰ ਤਾਂ ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਮਲੋ। ਅੱਛਾ, ਮਲੋ ਜ਼ਿਲ੍ਹਾ? ਜ਼ਿਲ੍ਹਾ ਕੋਈ ਨਹੀਂ ਸੀ, ਜ਼ਿਲ੍ਹਾ ਲੁਧਿਆਣਾ ਵੱਜਦਾ ਤਾ, ਤਹਿਸੀਲ ਮਲੋ, ਅੱਛਾ, ਰਿਆਸਤ ਨਾਭਾ। ਰਿਆਸਤ ਨਾਭਾ। ਹਾਂ, ਰਿਆਸਤ ਵੱਜਦੀ ਦੀ ਅੱਛਾ। ਨਾਭਾ। ਪਹਿਲਾਂ ਤੁਸੀਂ ਦੱਸਿਆ ਜੇ ਵੀ ਇਹਦਾ ਨਾਂ ਪਹਿਲਾਂ ਹੋਰ ਸੀ। ਹਾਂ, ਹਾਂ, ਕੀ ਨਾਂ ਸੀ ਉਹਦਾ? ਪਹਿਲਾ ਨਾਂ ਸੀ ਫਰੀਦਕੋਟ। ਅੱਛਾ, ਹਾਂ, ਫਿਰ? ਉਹ ਉਸ ਵੇਲੇ ਜਿਹੜੇ ਸਾਡੇ ਬਜ਼ੁਰਗ ਦੇ ਪੁਰਾਣੇ, ਅੱਛਾ, ਉਹਨਾਂ ਕੋਲੋਂ ਮਾਮਲਾ ਨਹੀਂ ਸੀ ਦਿੱਤਾ ਜਾਂਦਾ, ਅੱਛਾ, ਤੇ ਮਾਮਲਾ ਗੌਰਮੈਂਟ ਨੇ ਫਿਰ ਉਹਨਾਂ ਨੂੰ ਤੰਗੀ ਦਿੱਤੀ ਵੀ ਮਾਮਲਾ ਦਿਓ ਗੌਰਮੈਂਟ ਦਾ। ਅੱਛਾ, ਗਵਰਨਮੈਂਟ ਉਸ ਵੇਲੇ ਅੰਗਰੇਜ਼ ਸੀ? ਅੰਗਰੇਜ਼। ਅੱਛਾ, ਉਹਨਾਂ ਨੇ ਕਿਹਾ ਵੀ ਹੁਣ ਅਸੀਂ ਕਿੱਥੋਂ ਮਾਮਲਾ ਦਈਏ, ਸਾਡੇ ਕੋਲ ਘਰ ਦਾ ਤਾਂ ਰੋਟੀ ਨਹੀਂ ਪੱਕਦੀ, ਬਰਾਨਾ ਜ਼ਮੀਨਾਂ ਜਨ ਤੈਨੂੰ ਪਤਾ ਵੀ। ਅੱਛਾ, ਤੇ ਉਹਨਾਂ ਨੇ ਕਿਹਾ ਵੀ ਮਾਮਲਾ ਗੌਰਮੈਂਟ ਦਾ ਇਹ ਦੇਣਾ ਪਊਗਾ, ਚਾਹੋ ਚੋਰੀ ਕਰੋ, ਚਾਹੋ ਡਾਕਾ ਮਾਰੋ, ਚਾਹੋ ਕਿਸੇ ਨੂੰ ਲੁੱਟੋ, ਕਿਸੇ ਨੂੰ ਨਾ ਲੁੱਟੋ, ਸਹੀ ਆ, ਮਾਮਲਾ ਦੇਣਾ ਪਊਗਾ। ਠੀਕ ਆ। ਇਸ ਲਈ ਉਹਨਾਂ ਹਕੂਮਤ ਦੇ ਜਿਹੜੇ ਅਫਸਰ ਤੇ ਬੜੇ, ਉਹਨਾਂ ਨੇ ਇਹ ਗੱਲ ਕੀਤੀ ਵੀ ਕਿਸੇ ਨੂੰ ਲੁੱਟ ਲਓ, ਖੋਹ ਲਓ, ਮਾਰ ਦਿਓ, ਜਿੱਦਾਂ ਵੀ ਕਰ ਲਓ, ਤੇ ਮਾਮਲਾ ਦਿਓ, ਮਾਮਲਾ ਦੇਣਾ ਪਊਗਾ। ਸਹੀ ਆ। ਉਹਨਾਂ ਨੇ ਆਖਿਆ ਵੀ ਉਸ ਦੇ ਜਿਹੜੇ ਬਜ਼ੁਰਗ ਤੇ ਉਹਨਾਂ ਨੇ ਆਖਿਆ ਜੀ ਸਾਨੂੰ ਇੱਥੇ ਪਰਚਾ ਲਿਖ ਦਿਓ, ਅੱਛਾ, ਵੀ ਸਾਡੀ ਪੁੱਛ ਦੱਸ ਕੋਈ ਨਾ ਹੋਵੇ। ਠੀਕ ਆ। ਉਹ ਹਕੂਮਤ ਨੇ ਅਫਸਰਾਂ ਨੇ ਪਰਚਾ ਲਿਖਤਾ ਵੀ ਤੁਹਾਨੂੰ ਕੋਈ ਪੁੱਛ ਦੱਸ ਨਹੀਂ ਹੋਊਗੀ, ਅੱਛਾ, ਕਿਸੇ ਨੂੰ ਮਾਰ ਦਵੋ, ਕਿਸੇ ਨੂੰ ਲੁੱਟ ਲਵੋ, ਕਿਸੇ ਨੂੰ ਕਿਸੇ ਦੀ ਖੋਹ ਲਵੋ, ਚੋਰੀ ਕਰ ਲਵੋ, ਜੋ ਵੀ ਕਰ ਲਵੋ, ਜੀ ਜੀ, ਤੁਹਾਡੀ ਪੁੱਛ ਦੱਸ ਕੋਈ ਨਹੀਂ ਹੋਊਗੀ। ਅੱਛਾ, ਉਹ ਜਿਸ ਵੇਲੇ ਇੰਨੀ ਗੱਲ ਹੋ ਗਈ, ਅੱਛਾ, ਖੰਨਾ ਸ਼ਹਿਰ ਸਾਨੂੰ ਲੱਗਦਾ ਤਾ, ਅੱਛਾ, ਸ਼ਹਿਰ ਲਾਗੇ ਖੰਨਾ ਸੀ? ਲਾਗੇ ਖੰਨਾ ਸ਼ਹਿਰ ਤਾਂ ਸਾਨੂੰ ਲੱਗਦਾ। ਅੱਛਾ, ਉੱਥੋਂ ਗੌਰਮੈਂਟ ਦਾ ਖਜ਼ਾਨਾ ਜਿਹੜਾ ਨਾ ਚਾਂਦੀ ਦੇ ਰੁਪਈਏ ਹੁੰਦੇ ਤੇ, ਅੱਛਾ, ਉਹ ਖਚਰਾਂ ਦੇ ਉੱਤੇ ਲੱਦ ਕੇ ਗੁਣਾ ਭਰ ਕੇ, ਅੱਛਾ, ਖਚਰਾਂ ਤੇ ਲੱਦ ਕੇ ਤੇ ਮਲੋਹ ਨੂੰ ਜਾ ਰਹੇ ਤੇ ਤਹਿਸੀਲ ਨੂੰ ਅੱਛਾ, ਖਜ਼ਾਨੇ 'ਚ ਦਾਖਲ ਹੋਣ। ਹਾਂਜੀ ਹਾਂਜੀ, ਸਾਡੇ ਪਿੰਡ ਦੇ ਕੋਲੋਂ ਲੱਭਦੀ ਤੀ ਸੜਕ ਅੱਛਾ, ਪੱਕੀ, ਹਾਂ ਹਾਂ, ਰੋਡਾਂ ਦੀ ਸੜਕ ਦੀ, ਉਹ ਆ ਬਿਜਲੀ ਦੀ ਨਹੀਂ ਸੀ। ਅੱਛਾ, ਤੇ ਉਹ ਸੜਕ ਤੇ ਸਾਡਾ ਕਬਰਸਤਾਨ ਤਾਂ ਮਤਲਬ ਬਸ ਪਿੰਡ ਤੋਂ ਕੁੱਦ ਵਾਲੇ ਪਾਸੇ, ਅੱਛਾ, ਉੱਥੇ ਦਾ ਇੱਕ ਖੂਹ ਅੱਛਾ, ਕਬਰਸਤਾਨ 'ਚ। ਅੱਛਾ, ਤੇ ਉਹ ਸੜਕ ਦੇ ਉੱਤੇ ਖਚਰਾਂ ਖੰਨੇ ਸ਼ਹਿਰ ਤੋਂ ਆਉਂਦੀਆਂ ਦੀਆਂ ਨੰਗੀਆਂ, ਤੇ ਉੱਤੇ ਗੁਮਾਂ ਲੱਦੀਆਂ ਦੀਆਂ ਰੁਪਈਆਂ ਦੀਆਂ, ਦੌਲਤ ਦੀਆਂ, ਗੌਰਮੈਂਟ ਦੀਆਂ। ਅੱਛਾ, ਉਹ ਸਾਡੇ ਉਹਨਾਂ ਬਜ਼ੁਰਗਾਂ ਨੂੰ ਪਤਾ ਲੱਗ ਗਿਆ ਅੱਛਾ, ਵੀ ਗੌਰਮੈਂਟ ਦਾ ਖਜ਼ਾਨਾ ਜਾ ਰਿਹਾ ਹੈ। ਅੱਛਾ, ਉਹ ਜੋ ਨਿਕਲੇ ਨੇ ਆਪਣੇ ਹਥਿਆਰ ਲੈ ਕੇ, ਜੋ ਕੁਝ ਵੀ ਥਾ ਉਹਨਾਂ ਕੋਲ, ਜੀ ਜੀ, ਉਹਨਾਂ ਨੇ ਆ ਕੇ ਖਚਰਾਂ ਵੀ ਵੱਢਤੀਆਂ, ਉਹ ਜਿਹੜੇ ਨਾਲ ਬੰਦੇ ਤੇ ਉਹ ਵੀ ਮਾਰਤੇ, ਅੱਛਾ, ਖਚਰਾਂ ਵੀ ਤੇ ਬੰਦੇ ਵੀ। ਉਹ ਜਿਹੜਾ ਖੂਹ ਦਾ ਉਹਦੇ ਵਿੱਚ ਸਿੱਟ ਕੇ ਤੇ ਕਈਆਂ ਲੈ ਕੇ ਮਿੱਟੀ ਨਾਲ ਭਰਤਾ ਖੂਹ ਅੱਛਾ, ਦੱਬ ਦੇ ਵਿੱਚ ਹੀ। ਜੀ ਜੀ, ਜਿਹੜੀ ਉਹਦੇ ਤੇ ਦੌਲਤ ਤੇ ਖਚਰਾਂ ਤੇ ਉਹ ਆਪਣੇ ਘਰਾਂ ਨੂੰ ਲੈ ਗਏ? ਲੈ ਕੇ ਘਰਾਂ ਨੂੰ, ਹਾਂ, ਹਾਂ। ਚਾਹੋ ਵੰਡ ਲੀਆਂ ਕਹਿੰਦੇ ਉਹ, ਹਾਂ ਚਾਹੋ ਹਾਂ, ਆਪਣੀਆਂ ਚਲੋ ਵੀ। ਸਹੀ ਆ। ਤੇ ਉਹ ਘਰਾਂ ਨੂੰ ਲੈ ਗਏ ਤੇ ਹੜਤਾਲ ਮਿਚ ਗਈ ਅੱਛਾ, ਹਕੂਮਤ ਦੇ ਵਿੱਚ ਵੀ। ਗਵਰਨਮੈਂਟ ਨੇ ਖਚਰਾਂ ਵੱਢਤੀਆਂ, ਦੌਲਤ ਖਜ਼ਾਨਾ ਲੁੱਟ ਲਿਆ ਅੱਛਾ, ਪਿੰਡ ਨੇ, ਹੂੰ, ਬੰਦੇ ਮਾਰਤੇ। ਸਹੀ ਹੈ। ਉੱਥੇ ਤਾਂ ਫਿਰ ਤੈਨੂੰ ਪਤਾ ਪਿੰਡ ਨੂੰ ਆ ਕੇ ਘੇਰਾ ਪਾ ਲਿਆ, ਤੇ ਜਿੱਦਣ ਨੂੰ ਦੇਖ ਪੁਲਿਸ ਹਕੂਮਤ, ਅੱਛਾ, ਉਹਨਾਂ ਨੇ ਕਿਹਾ ਵੀ ਇਹ ਗੱਲ ਸੁਣੋ, ਜਿਹੜੇ ਉਹ ਸਿਆਣੇ ਤੇ ਉਸ ਤੇ ਉਹਨਾਂ ਨੇ ਕਿਹਾ ਦੇਖੋ ਜਨਾਬ, ਤੁਸੀਂ ਆਪਣੇ ਮਾਮਲੇ ਦੇ ਹੱਕਦਾਰ ਹੋ, ਜੀ ਜੀ, ਮਾਮਲਾ ਲਓ, ਜੀ, ਬਾਕੀ ਪੁੱਛਦਾ ਸਾਹ ਤੁਹਾਡਾ ਪਰਚਾ ਲਿਖਿਆ ਹੱਥਾਂ ਦਾ, ਵੀ ਕਿਸੇ ਨੂੰ ਲੁੱਟ ਲਓ, ਖੋਹ ਲਓ, ਮਾਰ ਜੀ, ਲਓ, ਜੀ, ਇਹ ਤਾਂ ਦੇਣੇ ਪੈਣੇ। ਇਹ ਮਾਮਲਾ ਮਾਮਲਾ ਲਓ, ਅੱਛਾ, ਮਾਮਲਾ ਲਓ ਤੁਸੀਂ। ਠੀਕ ਆ। ਉੱਥੇ ਫਿਰ ਗੌਰਮੈਂਟ ਨੂੰ ਮਾਮਲਾ ਭਰਿਆ ਉਹ, ਅੱਛਾ, ਗੌਰਮੈਂਟ ਨੇ ਫਿਰ ਉਹ ਗਲਵੱਡੀ ਦੇ ਥਾਂ ਫਰੀਦਕੋਟ ਦੇ ਥਾਂ, ਜੀ ਜੀ, ਪਹਿਲੇ ਨਾਂ ਫਰੀਦਕੋਟ ਦਾ ਨਾ ਸਾਡੇ ਪਿੰਡ ਦਾ, ਹਾਂਜੀ, ਫਿਰ ਅੰਗਰੇਜ਼ ਨੇ ਗਲਵੱਡੀ ਰੱਖਤਾ। ਅੱਛਾ,
ਇਹ ਪਿੰਡ ਦਾ ਨਾਂ, ਇਹਨਾਂ ਦਾ ਨਾਮ ਗਲਗੱਡੀ ਹੈ। ਅੱਛਾ, ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ ਜਦੋਂ ਪਾਕਿਸਤਾਨ ਬਣਿਆ? ਉਸ ਵੇਲੇ ਮੇਰੀ ਉਮਰ 12-13 ਸਾਲ ਦੀ ਸੀ। ਅੱਛਾ, ਉਸ ਹੱਲੇ ਦਾ ਸਾਰਾ ਹੀ ਪਤਾ। ਸਾਰਾ ਪਤਾ ਆਪਣੇ ਖੇਤਾਂ ਦਾ। ਚਲੋ ਹੁਣ ਗੱਲ ਕਰੀ ਜਾਓ। ਆਪਣਾ ਜ਼ਮੀਨ ਪਿੰਡ ਦੇ ਲਾਗੇ ਸੀ, ਬਿਲਕੁਲ ਕੀ ਬੀਜਦੇ ਸੀ ਉੱਥੇ? ਕਣਕ, ਕਮਾਰ, ਅੱਛਾ ਇਹ ਜ਼ਿਆਦਾ ਫਸਲਾਂ, ਮੂੰਗਫਲੀਆਂ, ਜਿਹੜੀਆਂ ਪੁਰਾਣੀਆਂ ਜ਼ਮੀਨਾਂ ਤੇ ਜਿੱਥੇ ਪਾਣੀ ਨਹੀਂ ਸੀ ਲੱਗਦਾ ਉੱਥੇ ਮੂੰਗਫਲੀ, ਅੱਛਾ। ਰੇਤਾ ਦਾ। ਇਹ ਦਰਿਆ ਦਾ ਕਿਨਾਰੇ ਸੀ ਪਿੰਡ? ਨਹੀਂ, ਦਰਿਆ ਉੱਥੇ ਨਹੀਂ ਸੀ। ਅੱਛਾ, ਸਾਡੇ ਕਿੰਨੀ ਕੋਲ ਦੂਰ ਨਾ ਸੀ? ਦਰਿਆ ਨਾ ਨਹਿਰ, ਅੱਛਾ ਬਹੁਤ ਦੂਰ ਤੱਕ। ਅੱਛਾ, ਫਿਰ ਕਿੱਦਾਂ ਪਾਣੀ ਲੱਗਦਾ ਸੀ, ਕਿੱਦਾਂ? ਖੂਹਾਂ ਦਾ, ਅੱਛਾ, ਖੂਹ ਵਾਹ ਕੇ ਫਸਲ ਪਾਦੇ। ਆਪਣੇ ਖੂਹ ਦਾ ਪਤਾ ਵੀ ਕਿਹੜਾ ਖੂਹ ਸੀ? ਯਾਦ ਨਾ ਹੈਗਾ? ਨਹੀਂ ਯਾਦ ਤਾਂ ਹੈਗਾ। ਉਹ ਖੂਹ ਸਾਡਾ ਜਿਹੜਾ ਤਾਂ ਜਿਹਦਾ ਨਾਂ ਲੈਂਦੇ ਤੇ ਉਹ ਬੈਦਾ ਦਾ ਹਜ਼ਾਰੇ ਕਹਿੰਦਾ, ਜੀ ਜੀ। ਜਿਹੜੇ ਜਿਹੜੇ ਉਹਦੇ ਤੇ ਸਾਂਝੀ ਤੇ ਜਿਹਨਾਂ ਦੀ ਹਾਂ, ਹਾਂ। ਜ਼ਮੀਨ ਤੇ ਉਹਨਾਂ ਦਾ ਨਾਮ ਬੈਦਾ ਦਾ ਤਾਂ ਉਸ ਖੂਹ ਤੇ। ਅੱਛਾ ਬਾਕੀ ਪਿੰਡ ਦੇ ਵਿੱਚ ਆਪਣੇ ਆਪਣੇ ਖੂਹ ਤੇ ਸਾਰਿਆਂ ਦੇ ਤੇ ਆਪਣੇ ਆਪਣੇ ਖੇਤਾਂ 'ਚ। ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਪਾਕਿਸਤਾਨ ਬਣ ਗਿਆ ਤੇ ਹੁਣ ਜਾਣਾ ਪੈਣਾ? ਪਾਕਿਸਤਾਨ ਤਾਂ ਬਣ ਗਿਆ, ਕਿੱਦਾਂ ਪਤਾ ਲੱਗਣਾ ਤਾਂ ਜਿਸਲੇ ਸਾਡੇ ਪਹਿਲੇ ਹਲਚਲ ਹੋਈ ਹੈ ਹਾਂ ਹਾਂ ਤੇ ਸਾਨੂੰ ਪਹਿਲੇ ਹਕੂਮਤ ਨੇ, ਪੁਲਿਸ ਦੇ, ਉਹਨਾਂ ਨੇ ਤਹਿਸੀਲਦਾਰ ਕਾਨੂੰਗੋ ਪਟਵਾਰੀ, ਅੱਛਾ ਉਹਨਾਂ ਨੇ ਕਿਹਾ ਵੀ ਉਹਨੂੰ ਛਪਾਈ ਕਿ ਤੋਂ ਰਾਤ ਨੂੰ ਦਿੱਤੇ ਜਾਣਗੇ ਅੱਛਾ। ਇਹਦੇ ਵਾਸਤੇ। ਹਾਂਜੀ ਹਾਂਜੀ। 2-4 ਦਿਨ ਪੁਲਿਸ ਦੇ ਸਿਪਾਹੀ ਵੀ ਆਏ ਨੇ ਸਾਡੇ ਅੱਛਾ ਰਾਤ ਨੂੰ। ਹਾਂਜੀ 2-4 ਦਿਨਾਂ ਤੇ ਉਹ ਵੀ ਬੰਦ ਹੋ ਗਏ। ਆਪ ਤੇ ਪਹਿਰਾ ਦਿੰਦੇ ਰਹੇ ਪਿੰਡ ਦੇ ਬੰਦੇ ਜਿਹੜੇ ਤੇ ਨੌਜਵਾਨ। ਨੌਜਵਾਨ। ਹਾਂਜੀ ਬਸ ਇੱਧਰੋਂ ਮੇਰਾ ਇਸ ਗਲੀ ਇੱਧਰ ਨੂੰ ਚਲੇ ਗਏ, ਇੱਧਰ ਨੂੰ ਚਲੇ ਗਏ, ਹੱਕਾ ਮਾਰਦੇ ਤੇ ਆਪਣੀ ਹਿਫਾਜ਼ਤ ਕੀਤੀ। ਹਿਫਾਜ਼ਤ ਕਰਦੇ ਰਹੇ। ਹਾਂਜੀ ਅਖੀਰ ਜਿਸਲੇ ਇੱਕ ਦਿਨ ਫਿਰ ਐਸਾ ਆ ਗਿਆ ਜੀ ਕਿ ਸੁਬਾਹ ਉੱਠੇ ਆ, ਜੀ। ਸੁਬਾਹ ਉੱਠ ਕੇ ਅਸੀਂ ਦੇਖਿਆ 4 ਛਪੇਰੇ ਤੇ ਸਿੱਖਾਂ ਦਾ ਜ਼ੋਰ ਹੋ ਗਿਆ। ਅੱਛਾ, ਪਿੰਡ ਨੂੰ ਘੇਰਾ ਪਾ ਲਿਆ। ਘੇਰਾ ਪਾ ਲਿਆ ਉਹਨਾਂ ਨੇ? ਘੇਰਾ ਪਾ ਲਿਆ। ਜਿਹੜੀ ਤੇ ਉਹ ਛੜਕ ਜਾਂਦੀ ਪੱਕੀ ਪਿੰਡ ਦੇ ਨਾਲੋਂ, ਜੀ। ਉੱਥੇ ਮਿਲਟਰੀ ਦੀਆਂ ਮੋਟਰਾਂ, ਮਸ਼ੀਨ ਗੰਨਾਂ ਲੱਗੀਆਂ, ਉਹ ਮੋਟਰਾਂ ਆ ਕੇ ਖੜੀਆਂ ਸੀ ਮਸ਼ੀਨ ਗੰਨਾਂ ਲਾ ਕੇ। ਅੱਛਾ ਪਹਿਲੇ ਇੱਧਰ ਨੂੰ ਨਿਕਲੇ ਅਸੀਂ, ਪਿੰਡ ਵਾਲੇ ਲੋਕ, ਜਿਹੜੇ ਜਨਾਨੀਆਂ, ਬੰਦੇ, ਬੁੱਢੇ ਠੇਰੇ ਜੋ ਵੀ ਕੀਤਾ, ਜੀ ਜੀ। ਇੱਧਰੋਂ ਸਿੱਖ ਪੈ ਗਏ। ਅੱਛਾ ਸਿੱਖ ਪਏ, ਉੱਧਰੋਂ ਮੁੜ ਕੇ ਆ ਕੇ ਕੁਛ ਤਾਂ ਬੰਦੇ ਫਸਲਾਂ 'ਚ ਰਹਿ ਗਏ, ਅੱਛਾ ਕਮਾਦਾਂ 'ਚ ਵੜ ਗਏ, ਚੜੀਆਂ 'ਚ ਵੜ ਗਏ। ਅੱਛਾ ਉਹ ਬਾਕੀ ਜਨਾਨੀਆਂ, ਬੱਚੇ, ਬੁੱਢੇ, ਨੌਜਵਾਨ ਫਿਰ ਪਿੰਡ ਦੇ ਵਿੱਚ ਆ ਵੜੇ। ਅੱਛਾ ਪਿੰਡ ਜਿਸਲੇ ਆ ਵੜੇ ਤੇ ਫਿਰ ਉਹਨਾਂ ਨੇ ਇੱਧਰੋਂ ਸਿੱਖ ਪਏ ਤੇ ਫਿਰ ਨਿਕਲੇ ਸੀ ਲਹਿੰਦੇ ਪਾਸੇ ਨੂੰ। ਅੱਛਾ ਲਹਿੰਦੇ ਪਾਸੇ ਨੂੰ ਜਿਸਲੇ ਉਹ ਸੜਕ ਤੇ ਪੱਕੀ ਤੇ ਦੇਖਿਆ, ਜੀ। ਉੱਥੇ ਅੱਗੇ ਸਿੱਖਾਂ ਦੇ ਪਿੰਡ ਦੇ ਸਿੱਖ ਵੀ ਆ ਗਏ ਤੇ ਮੋਟਰਾਂ ਮਿਲਟਰੀ ਦੀਆਂ ਖੜੀਆਂ ਮਸ਼ੀਨ ਗੰਨਾਂ ਲਾ ਕੇ। ਅੱਛਾ ਉਧਰੋਂ ਫਿਰ ਮੁੜ ਕੇ ਆ ਕੇ ਪਿੰਡ 'ਚ ਵੜ ਗਏ। ਅੱਛਾ ਜਦੋਂ ਪਿੰਡ 'ਚ ਵੜ ਗਏ ਤੇ ਸਾਡਾ ਜਿਹੜਾ ਮੁਰਸ਼ਦ ਦਾ ਪੀਰ, ਸਾਡਾ ਜੀ ਜੀ ਬਾਬਾ ਮੁਹੰਮਦ ਸਾਹਿਬ, ਜੀ ਜੀ। ਉਹ ਨੌਬਤ ਵਜਾਉਂਦਾ ਹੁੰਦਾ ਤਾ। ਅੱਛਾ, ਨੌਬਤ ਦਾ ਬਹੁਤ ਸ਼ੌਕੀਨ था। ਨੌਬਤ ਤੋਂ ਕੀ ਮੁਰਾਦ? ਸਮਝਣ ਵਾਲਿਆਂ ਨੂੰ ਦੱਸਣਾ ਤਾਂ ਪੈਣਾ। ਨੌਬਤ ਤੋਂ ਮਤਲਬ ਹੈ, ਕੋਈ ਦੇਖੇ ਹੋਣੇ ਆ ਕਿ ਮਸੀਤਾਂ ਦੇ ਵਿੱਚ ਰੋਜ਼ਿਆਂ ਨੂੰ ਹਾਂ ਹਾਂ, ਉਹ ਨਗਾਰਾ ਨਗਾਰਾ ਵਜਾਉਂਦੇ ਸੀ, ਉਹਨੂੰ ਨੌਬਤ ਕਹਿੰਦੇ ਸੀ। ਹਾਂਜੀ, ਰੋਜ਼ਾ ਰੱਖਣ ਦੇ ਹਾਂ, ਟਾਈਮ, ਹਾਂ। ਰੋਜ਼ਾ ਖੋਲ੍ਹਣ ਦੇ ਟਾਈਮ ਅੱਛਾ ਉਹਨੂੰ ਕਹਿੰਦੇ ਤੇ ਨੌਬਤ। ਇਹ ਪੀਰ ਹੁਣੀ ਕਬਰਸਤਾਨ ਦੇ ਵਿੱਚ ਹੁੰਦੇ ਤੇ ਅੱਛਾ ਉੱਥੇ ਇਹਨੇ ਸਾਰੀ ਰਾਤ ਬਸ ਉਹ ਵਜਾਉਣੀ। ਅੱਛਾ। 2 ਹੁੰਦੇ ਤੇ ਰੱਖੇ ਉਹ, ਹਾਂ ਹਾਂ ਇੱਕ ਤੇ ਗਾਇ ਦੇ ਤਾਂ ਲਾਣਾ, ਕਿਹਦੇ ਤੇ ਲਾਣਾ, ਆਵਾਜ਼ ਤਾਂ ਹੁੰਦੀ ਇੱਕ ਰਾਣੀ। ਜੀ ਜੀ ਬਿਲਕੁਲ। ਉਹ ਨੌਬਤ ਵਜਾਉਂਦੇ ਤੇ ਉੱਥੇ ਪੀਰ ਹੁਣੀ ਫਿਰ ਦੁਪਹਿਰ ਨੂੰ ਕਹਿਣ ਲੱਗੇ ਵੀ ਇਹਨੂੰ ਬੰਦਿਆਂ ਨੇ ਕਿਹਾ ਵੀ ਪੀਰ ਜੀ ਜੀ ਵੀ ਰੌਲਾ ਪਿਆ ਆ, ਤੁਸੀਂ ਕਬਰਸਤਾਨ ਤੋਂ ਪਿੰਡ 'ਚ ਆ ਜਾਓ। ਅੱਛਾ ਫਿਰ ਇਹਨਾਂ ਨੂੰ ਪਿੰਡ 'ਚ ਲੈ ਆਂਦਾ ਪੀਰ ਉਹਨਾਂ ਨੂੰ ਅੱਛਾ। ਕਬਰਸਤਾਨ ਤੋਂ। ਉਹ ਤੁਹਾਡੇ ਮੁਰਸ਼ਿਦ ਸੀ, ਹੈਂ? ਤੁਹਾਡੇ ਪਿੰਡ ਦੇ ਪੀਰ ਸੀ? ਹਾਂਜੀ। ਅੱਛਾ
ਹੁਣ ਵੀ ਸਾਡੇ ਕੋਲ ਪਏ ਨੇ ਉੱਥੇ ਫਰੀਦਾਬਾਦ। ਅੱਛਾ ਹੁਣ ਉਹਨਾਂ ਦੇ ਮੇਲੇ ਤੇ ਅਸੀਂ ਜਾਂਦੇ ਹਾਂ। ਜੀ ਜੀ ਉਹ ਉੱਥੇ ਜਿਸਲੇ ਉਹਨਾਂ ਨੇ ਪਿੰਡ 'ਚ ਲਿਆਂਦਾ ਤੇ ਪਿੰਡ 'ਚ ਵੀ ਉਹ ਨੌਰ ਦੇ ਵੀ ਬਣ ਚੱਕ ਰਿਹਾ ਜੀ ਜੀ ਸਾਰੇ ਹੋਰ ਤਾਂ ਚਾਹ ਇੱਧਰ ਨਾ ਇੱਧਰ ਕਿਸੇ ਪਾਸੇ ਨਿਕਲਣ ਦਾ ਫਿਰ ਲੜਾਈ ਹੋਣੀ ਸ਼ੁਰੂ ਹੋ ਗਈ। ਅੱਛਾ ਜਿਹੜੇ ਲੋਕ ਕੁਸ਼ਤਾ ਬੰਦੇ ਸਾਡੇ ਜਿਹੜੇ ਤੇ ਤਕੜੇ ਹਾਂ ਉਹ ਹਾਂ ਫਸਲਾਂ 'ਚ ਕੋਈ ਇੱਧਰ ਰਹਿ ਗਏ ਕੋਈ ਇੱਧਰ ਰਹਿ ਗਏ ਅੱਛਾ ਥੋੜੇ ਰਹਿ ਗਏ। ਹਾਂ ਹਾਂ ਤੇ ਉਹ ਜੀ ਜਿਸਲੇ ਇੱਧਰੋਂ ਆਏ ਬਾਜ਼ਾਰ 'ਚੋਂ ਆਏ ਸਿੱਖਾਂ ਦਾ ਟੋਲਾ ਤੇ ਇੱਧਰੋਂ ਇਹ ਪਏ ਜੀ 2-4 ਉਹ ਮਾਰ ਗਏ ਤੇ 2-4 ਇਹਨਾਂ ਨੇ ਮਾਰ ਲਏ ਸਿੱਖ। ਅੱਛਾ ਹਾਂਜੀ ਸਿੱਖ ਵੀ ਮਾਰ ਦਿੱਤੇ ਮਾਰੇ ਆ। ਅੱਛਾ ਫਿਰ ਜਦ ਮੁੜ ਕੇ ਆਉਣਾ ਤਾਂ ਜਨਾਨੀਆਂ ਬੰਦੇ ਹਾਂ ਅੱਛਾ ਬੁੱਢੇ ਠੇਰੇ ਹਾਂ ਹਾਂ ਤੇ ਪੀਰ ਸਾਡਾ ਉਹ ਇੱਕ ਹਾਤਾ ਦਾ ਇਸ ਪਾਸੇ ਦਾ ਅੱਛਾ ਉੱਥੇ ਗੱਡਾ ਖੜਾ ਤਾਂ ਉਹ ਗੱਡੇ ਤੇ ਬੈਠ ਕੇ ਨੌਕਰੀ ਨੂੰ ਜਾਂਦੇ ਰਹੇ ਅੱਛਾ ਤੇ ਜਨਾਨੀਆਂ ਬੁੱਢੇ ਬੰਦੇ ਨਿਆਣੇ ਨੇ ਕਿਹਾ ਉੱਥੇ ਜਾ ਹਾਤੇ ਹਾਂ 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 ਫਿਰ ਉੱਧਰੋਂ ਆਏ ਤੇ ਇੱਧਰੋਂ ਆ ਗਿਆ ਸਿੱਖਾਂ ਦਾ ਗੱਲਾਂ ਹੈ ਜੋ ਰਹਿ ਗਿਆ ਇੱਧਰੋਂ ਭਜਦਾ ਜੀ ਜੀ ਇੱਧਰੋਂ ਕੋਈ ਸਾਡੇ ਮਰ ਗਏ ਕੋਈ ਸਿੱਖ ਮਰ ਗਏ। ਅੱਛਾ ਉੱਥੇ ਲੜਾਈ ਸ਼ਾਮ ਦਿਨ ਛਿਪ ਦੇ ਦਿਨ ਲੜਾਈ ਹੁੰਦੀ ਰਹੀ। ਅੱਛਾ ਦਿਨ ਛਿਪ ਗਿਆ ਜਿਸ ਵੇਲੇ ਸਾਡੇ ਮੁਰਸ਼ਦ ਦਾ ਇੱਕ ਬੱਚਾ ਦਾ ਉਧਰ ਬੈਠ ਮੈਂ ਹੌਲੇ ਬੈਠਾ ਇੱਕ ਬੱਚਾ ਦਾ ਅੱਛਾ ਆਸ਼ਕ ਸ਼ਾਹ ਦਾ ਨਾਮ ਦਾ ਅੱਛਾ ਮਾਸ਼ਾਅੱਲਾ ਜਿੱਥੇ ਬੰਦੇ ਬੈਠੇ ਤੇ ਸਾਰੇ ਉੱਥੇ ਬਾਬੇ ਗੁੰਗੇ ਸ਼ਾਹ ਦੀ ਮੋੜੀ ਕਹਿੰਦੇ ਤੇ ਸੀ ਉਹਨੂੰ। ਅੱਛਾ ਬਾਬਾ ਗੁੰਗੇ ਸ਼ਾਹ ਜਦੋਂ ਮਤਲਬ ਸਿੱਖੋਂ ਮੁਸਲਮਾਨ ਹੋਏ ਆ ਜੀ ਜੀ ਉਸ ਵੇਲੇ ਉਹ ਆਇਆ ਕਿਤੇ ਸਾਡੇ ਪਿੰਡ 'ਚ ਅੱਛਾ ਜ਼ਬਾਨ ਤੋਂ ਗੁੰਗਾ ਦਾ ਅੱਛਾ ਤੇ ਉਹ ਫਿਰ ਮਿੱਟੀ ਛਿੱਟੀ ਧੋ ਕੇ ਅੱਛਾ ਟਿੱਬੀ ਲਾਉਣ ਲੱਗ ਪਿਆ। ਅੱਛਾ ਟਿੱਬੀ ਲਾਈ ਉਹਨੇ ਹੁਣ ਆ ਕੋਠੇ ਨੇ ਇੱਥੋਂ ਮਿੱਟੀ ਲਾ ਸਿਰ ਕੇ ਟਿੱਬੀ ਬਣਾਉਣਾ ਕੋਠੇ ਦੇ ਮਨੇਰੇ ਦੇ ਬਰੋਬਰ ਛੱਤ ਦੇ ਬਰੋਬਰ ਕਰਨੀ। ਅੱਛਾ ਉਹ ਬਾਬੇ ਗੁੰਗੇ ਸ਼ਾਹ ਨੇ ਜੀ ਜੀ ਤੇ ਬਰੋਬਰ ਕਰਕੇ ਫਿਰ ਕਿਤੇ ਜਿਵੇਂ ਸਿਆਣਿਆਂ ਨੇ ਦੱਸਿਆ ਹਾਂਜੀ ਹਾਂਜੀ ਫਿਰ ਉਹ ਬੇਰੀ ਦੀ ਝਿੰਗ ਵੱਢ ਕੇ ਲਿਆ ਕਿਤੇ ਬਾਹਰੋਂ ਅੱਛਾ ਲਿਆ ਕੇ ਉਹ ਉੱਥੇ ਕੱਟਤੀ ਅੱਛਾ ਕੋਠੇ ਦੇ ਮਨੇਰੇ ਦੇ ਬਰੋਬਰ। ਜੀ ਜੀ ਉਹ ਹਰੀ ਹੋ ਗਈ ਮਾਸ਼ਾਅੱਲਾ। ਅੱਛਾ ਉਹਦੇ ਬੇਰ ਅਸੀਂ ਵੀ ਖਾਧੇ ਨੇ। ਅੱਛਾ ਮਾਸ਼ਾਅੱਲਾ ਬੇਰੀ ਬਣ ਗਈ ਸੀ ਚੰਗੀ ਭਲੀ ਉਹ। ਅੱਛਾ ਹਾਂ ਉਹਨੂੰ ਕਹਿੰਦੇ ਤੇ ਬਾਬੇ ਗੁੰਗੇ ਸ਼ਾਹ ਦੀ ਮੋਹੜੀ। ਅੱਛਾ ਬਾਬੇ ਗੁੰਗੇ ਸ਼ਾਹ ਨੇ ਸਾਡੇ ਪਿੰਡ ਦਾ ਮੁੱਢ ਬੰਨਿਆ। ਸਹੀ ਆ ਹਾਂਜੀ ਉਹਨਾਂ ਜੀ, ਦੇ ਜੀ। ਦੰਦਾਂ ਦਾ ਜੀ ਜੀ ਬਸ ਉੱਥੇ ਫਿਰ ਲੜਦੇ ਲੜਦੇ ਉਹ ਆਸ਼ਕੀ ਸਾਹ ਜਿਹੜਾ ਦਾ ਬੱਚਾ ਜੀ ਜੀ ਮੁਰਸ਼ਦ ਦਾ ਹਾਂਜੀ ਉਹ ਉਸ ਮੜੀ ਮਹਿੰਦੀ ਦੇ ਜਿਹੜੀ ਮੜੀ ਦੀ ਨਾ ਅੱਛਾ ਉਹਦੇ ਉੱਪਰ ਦੀ ਕੋਠੇ 'ਤੇ ਚੜ ਗਿਆ। ਅੱਛਾ ਦਿਨ ਛਿਪ ਗਿਆ। ਜੀ ਜੀ ਜਦੋਂ ਮੈਂ ਦੇਖਣ ਲੱਗਾ ਵੀ ਮੈਂ ਦੇਖਾਂ ਕਿੱਧਰੋਂ ਸਿੱਖ ਜ਼ਿਆਦਾ ਬੰਦੇ ਨੇ। ਅੱਛਾ ਜਿਸਲੇ ਉੱਤੇ ਚੜਿਆ ਤਾਂ ਕਿਸੇ ਸਿੱਖ ਨੇ ਨਿਸ਼ਾਨਾ ਰਾਈਫਲ ਦਾ ਮਾਰਿਆ ਤੇ ਉਹ ਸ਼ਹੀਦ ਹੋ ਗਏ। ਜੀ ਜੀ ਉੱਧਰੋਂ ਦਿਨ ਛਿਪ ਗਿਆ। ਉੱਧਰੋਂ ਸਾਡੇ ਬੰਦੇ ਨੇ ਕਿਹਾ ਪੀਰ ਜੀ ਜੀ ਆਸ਼ਕ ਸ਼ਾਹ ਜਿਹੜਾ ਉਹ ਸ਼ਹੀਦ ਹੋ ਗਿਆ। ਅੱਛਾ ਦੇ ਪੈਰ ਲੱਗ ਗਿਆ। ਅੱਛਾ ਸਕਿਆ ਹਾਂ ਉਹ ਸਕਿਆ ਹੁਣ ਨਿਕਲ ਚਲੋ ਜਦੋਂ ਮਰਜੀ ਆ ਅੱਛਾ ਸਾਡੀ ਕੁਰਬਾਨੀ ਮਨਜ਼ੂਰ ਹੋ ਗਈ। ਅੱਛਾ ਬਾਬਾ ਮੁਹੰਮਦ ਸਾਹਿਬ ਨੇ ਕਿਹਾ ਵੀ ਸਾਡੀ ਕੁਰਬਾਨੀ ਮਨਜ਼ੂਰ ਹੋ ਗਈ ਜੀ ਹੁਣ ਜੀ ਨਿਕਲ ਚਲੋ। ਸਹੀ ਹੈ ਮਾਂ ਫਿਰ ਉੱਥੇ ਦਿਨ ਛਿਪੇ ਅਸੀਂ ਜਿਸ ਵੇਲੇ ਜਾਣਾ ਰਸਤੇ ਨੂੰ ਆਏ ਸੋ ਰਾਤ ਦਾ ਸਿੱਖ ਸਭ ਪਾਸੇ ਹੋ ਗਏ। ਹਾਂ ਹਾਂ ਸਾਨੂੰ ਰਸਤਾ ਮਿਲ ਗਿਆ। ਅੱਛਾ ਉੱਥੇ ਜਨਾਨੀਆਂ ਬੰਦੇ ਨਿਆਣੇ ਜੀ ਉਸ ਰਸਤੇ ਦਿਨ ਛਿਪਦੇ ਨਾਲ ਨਿਕਲ ਗਏ। ਅੱਛਾ ਨਿਕਲੇ ਵੀ ਬਹੁਤ ਬੰਦੇ ਜਿਹੜੇ ਸਿਆਣੇ ਤੇ ਉਹ ਫੇਰੇ ਟੁੱਟੇ ਵੀ ਥੇ। ਅੱਛਾ ਹੁਣ ਰਸਤੇ 'ਚ ਕਰਦੇ ਆ ਵੀ ਇੱਕ ਸਾਡੇ ਨਾਲ ਜਿੱਦਾਂ ਹੁਣ ਆਹ 13 ਪਿੰਡ ਵਾ ਹਾਂਜੀ ਹਾਂਜੀ ਇੱਦਾਂ ਪਿੰਡ ਮੁਸਲਮਾਨਾਂ ਦਾ ਲੱਗ ਅੱਛਾ ਇਹ ਹੋਵੇ ਨਾ ਉੱਥੇ ਨਹੀਂ ਚੱਲ ਗਏ ਜੀ ਜੀ ਕਿਉਂਕਿ ਸਾਰੀ ਦਿਹਾੜੀ ਦਾ ਭੱਜ ਨੱਠ ਦੇ ਵਿੱਚ ਹਾਂ ਹਾਂ ਨਾ ਕਿਸੇ ਨੂੰ ਪਾਣੀ ਨਾ ਕਿਸੇ ਨੂੰ ਰੋਟੀ ਨਾ ਕਿਸੇ ਨੂੰ ਕੁਛ, ਨਾ ਜੀ ਜੀ ਭੁੱਖੇ ਪੈਸੇ ਹੈ ਅੱਛਾ ਅੱਜੇ ਫਿਰਦੇ ਵੇ ਸਾਰੀ ਦਿਹਾੜੀ ਤੇ ਵੀ ਉੱਥੇ ਨਿਆਣੇ ਉਹਨਾਂ ਦੇ ਜਿਵੇਂ ਹੁਣ ਆਪਣੇ ਤਲਾਅ ਹੈ ਹਾਂ ਹਾਂ ਇਹ ਤਲਾਅ 'ਚ ਨਿਆਣਿਆਂ ਨੇ ਕਹਾ ਪਾਣੀ ਪੀ ਲੂਗਾ ਅੱਛਾ ਹਾਂ ਹਾਂ
ਉੱਥੇ ਨੂੰ ਅਸੀਂ ਨਿਕਲੇ, ਜਿਸਲੇ ਉੱਥੇ ਆਏ ਤਾਂ ਉਹ ਲੋਕ ਤੇ ਜਿਹੜੇ ਪਿੰਡਾਂ ਵਾਲੇ ਮੁਸਲਮਾਨ ਆ, ਜੀ ਜੀ। ਉਹ ਅੱਗੋਂ ਉਹਨਾਂ ਨੇ ਕੱਛੇ ਪਾਏ ਤੇ ਬਰਛੇ ਲੈ ਕੇ ਪਲੋਂ ਅੱਛਾ ਪੀੜੀਆਂ ਡੀਆਂ ਬੰਨੀਆਂ ਉਹਨਾਂ ਨੇ। ਅੱਛਾ ਉਹ ਜਿੱਦਾਂ ਅੱਡਾ ਤਲਾਅ ਹੈ ਤੇ ਤਲਾਅ ਦੇ ਅੱਗੇ ਆ ਕੇ ਸਾਡੇ ਪੱਕੇ ਖੜ ਗਏ। ਉਹ ਸੋਚਿਆ ਵੀ ਅਸੀਂ ਹਿੰਦੂ ਹੋ ਗਏ ਹਾਂ, ਸਿੱਖ ਹੋ ਗਏ ਹਾਂ, ਅਸੀਂ ਤਲਾਅ 'ਚ ਪਾਣੀ ਨਹੀਂ ਪੀਂਦੇ। ਅੱਛਾ ਅਸੀਂ ਮੁਸਲਮਾਨ ਨਹੀਂ ਰਹੇ ਹੁਣ, ਅੱਛਾ ਅਸੀਂ ਸਿੱਖ ਹੋ ਗਏ। ਅੱਛਾ ਹਾਂਜੀ, ਉਹਨਾਂ ਨੇ ਬਾਹਰਲਾ ਵੀ ਖਿਲਾਇਆ ਉਹਨਾਂ ਨੂੰ। ਅੱਛਾ ਹਾਂਜੀ, ਮਸਜਿਦ ਵੀ ਢਹਾਈ ਉਹਨਾਂ ਦੀ ਮਨਾਰ। ਅੱਛਾ। ਤੇ ਜਿਸ ਵੇਲੇ ਇਹ ਗੱਲ ਹੋਈ, ਉਹ ਪਿੰਡ ਦਾ ਨਾਂ ਯਾਦ ਆ ਕੁਛ? ਹਾਂ ਖੁਮਣਾ ਉਸ ਪਿੰਡ ਦਾ ਨਾਮ, ਖੁੰਮਣਾ ਪਿੰਡ। ਖੁਮਣਾ ਪਿੰਡ। ਅੱਛਾ ਤੇ ਉਹ ਸਿਆਣੇ ਬੰਦੇ ਨੇ ਕਿਹਾ ਵੀ ਆ ਜੋ ਕਿਸਮ। ਅੱਛਾ ਉਦੋਂ ਨੇ ਬਾਬਾ ਇਸ਼ਾ ਦਾ ਟਾਈਮ ਹੋ ਗਿਆ। ਅੱਛਾ ਮੈਂ ਵੀ ਕਹਾਂ ਨੂੰ ਮੁੜ ਕੇ ਪਿੱਛੇ ਨੂੰ ਤੇ ਥੋੜਾ ਜਿਹਾ ਥਾਂ ਕਿੱਲਾ 2 ਕਿੱਲੇ ਵਿਹਲੇ ਪਏ ਤੇ ਉੱਥੇ ਫਸਲ ਕੋਈ ਨਾ ਸਬਜ਼ੀ। ਅੱਛਾ ਉੱਥੇ ਸਿਆਣਿਆਂ ਨੇ ਕਿਹਾ ਵੀ ਇੱਥੇ ਨਿਆਣੇ ਨਿੱਕੇ ਨੂੰ, ਜਨਾਨੀਆਂ ਨੂੰ, ਕੁੜੀਆਂ ਕਤਰੀਆਂ ਪੈਣਾ ਵੀ ਇੱਥੇ ਬਹਿ ਜਾਓ। ਸਾਡਾ ਜਿਹੜਾ ਮਾਛੀ ਦਾ ਝੀਰ, ਹਾਂਜੀ ਉਹ ਉਹਦੇ ਦਰਾਂ ਦੇ ਮੋਹਰੇ ਦੀ ਅਸੀਂ ਨਿਕਲੇ ਤੇ ਉਹਨੇ ਆਪਣਾ ਬੋਕਾ ਤੇ ਮਸ਼ਕ ਉਹ ਚੱਕ ਉਹ ਲਿਆ। ਚੱਕ ਕੇ ਉਹਨੇ ਕੱਛ 'ਚ ਆਪਣੇ ਪਾ ਦਿੱਤੀ। ਜੀ ਜੀ। ਇਸ ਲਈ ਉੱਥੇ ਆਏ, ਉਹਨੇ ਕਿਹਾ ਵੀ ਹੁਣ ਖੂਹ ਜੇ ਗੇੜਦੇ ਆ ਤਾਂ ਇਹਦਾ ਖੜਕਾ ਹੁੰਦਾ। ਹਾਂ ਹਾਂ। ਸਿੱਖ ਤਾਂ ਫਿਰਦੇ ਤੇ ਆਮ ਜੀ ਜੀ। ਨਲਾ ਹੁੰਦੇ। ਹਾਂ ਹਾਂ। ਉਹਨੇ ਕਿਹਾ ਵੀ ਤੁਸੀਂ ਖਾਮੋਸ਼ ਹੋ ਕੇ ਬਹਿ ਜਾਓ, ਮੈਂ ਪਾਣੀ ਪਿਲਾਉਣਾ। ਅੱਛਾ ਸਭ ਜੀਆਂ ਨੂੰ ਪਾਣੀ ਪਿਲਾਉਣਾ। ਉਹ ਬੋਕੇ ਨਾਲ ਮਸ਼ਕਾਂ ਭਰ ਕੇ ਤੇ ਜਿੰਨੇ ਵੀ ਥੇ ਜੀ, ਛੋਟੇ ਵੱਡੇ, ਸਾਰਿਆਂ ਨੂੰ ਉਹਨੇ ਪਾਣੀ ਪਿਲਾਇਆ। ਸਾਰਿਆਂ ਨੂੰ ਪਾਣੀ ਪਿਲਾ ਕੇ ਜਿਸ ਵੇਲੇ ਸਾਰਿਆਂ ਨੇ ਆਪਣੀ ਹੁਣ ਤਾਂ ਨਹੀਂ ਕੋਈ ਰਹਿੰਦਾ ਵੇ। ਤੇ ਫਿਰ ਸਾਡੇ ਸਿਆਣੇ ਨੇ ਸਲਾਹ ਕੀਤੀ ਵੀ ਹੁਣ ਬਈ ਕਿੱਦਾਂ ਦੀ ਚੱਲੀ। ਜੀ। ਇੱਕ ਸਾਤੋਂ ਸਰੰਦ ਬਸੀ ਚੜ੍ਹਦੇ ਪਾਸੇ ਸੀ, ਉੱਥੇ ਉਹਨੂੰ ਰੌਜੇ ਕਹਿੰਦੇ ਤੇ। ਅੱਛਾ ਹਾਂ, ਜੀ ਜੀ। ਵੀ ਰੌਜਿਆਂ ਨੂੰ ਚੱਲੀਏ। ਜੀ ਜੀ। ਤੇ ਵਿੱਚੋਂ ਜਿਹੜੇ ਸਿਆਣੇ ਤੇ ਉਹ ਕਹਿੰਦੇ ਵੀ ਜੇ ਰੌਜਿਆਂ ਨੂੰ ਚੱਲੇ ਆ ਆਪਾਂ, ਜੀ। ਤੇ ਰਸਤੇ 'ਚ ਸਾਰੇ ਸਿੱਖਾਂ ਦੇ ਪਿੰਡ ਦੌੜ ਸੀ। ਅੱਛਾ। ਤੇ ਚਾਰ ਚ ਫਿਰ ਮੌਤ ਹੀ ਨਜ਼ਰ ਆਉਂਦੀ ਸੀ। ਬਹੁਤ ਹੀ ਹਾਂ। ਅੱਛਾ ਇਹ ਵਿੱਚ ਸਿਆਣੇ ਨੇ ਕਿਹਾ ਵੀ ਲਹਿੰਦੇ ਪਾਸੇ ਨੂੰ ਨਾ ਜੀ ਜੀ। 6-7 ਪਿੰਡ ਮੁਸਲਮਾਨਾਂ ਦੇ ਤੇ। ਅੱਛਾ ਤੇ ਉੱਥੇ ਰਿਸ਼ਤੇਦਾਰੀਆਂ ਹੁੰਦੀਆਂ ਸਾਡੀਆਂ। ਅੱਛਾ ਪਹਿਲਾਂ ਤੋਂ ਹੀ। ਹਾਂ, ਪਹਿਲਾਂ ਤਾਂ। ਅੱਛਾ ਫਿਰ ਉਹ ਕਹਿਣ ਲੱਗੇ ਅੱਜ ਹੁਣ ਮੈਂ ਜਿਹੜਾ ਜਨਾਜ਼ਾ ਉੱਥੇ ਦੇ ਬੰਦੇ ਦਾ ਪੜ੍ਹ ਕੇ ਆਇਆ। ਅੱਛਾ ਪਿੰਡ ਦਾ ਅੱਛਾ। ਉਹ ਜਨਾਬ ਤੇ ਸਿਆਣੇ ਉਹਨਾਂ ਨੇ ਕਿਹਾ ਵੀ ਦੱਸ ਤਾਸੋ ਸਾਰਿਆਂ ਨੂੰ ਵੀ ਕੋਈ ਜਨਾਨੀ ਕੁੜੀ ਜਾਂ ਨਿਆਣਾ ਜਾਂ ਬਿਲਕੁਲ ਨਹੀਂ ਰੋਣਾ, ਕਿਸੇ ਦਾ ਕੰਡਾ ਵੀ ਲੱਗਿਆ ਕਿਸੇ ਨੇ ਹਾਏ ਨਹੀਂ ਕਰਨੀ। ਹਾਂ ਹਾਂ ਕਿਉਂ ਨਹੀਂ ਕਰਨੀ? ਬਿਲਕੁਲ। ਮੋਹਰੇ ਹੋ ਗਏ ਉਹ 5-4 ਜਣੇ, ਅੱਛਾ ਬਾਕੀ ਜਿਹੜੇ ਦੇ ਪਿੱਛੇ ਹੋ ਗਏ। ਨਿਆਣਾ ਨੇ ਘਰ ਜਨਾਨੀਆਂ ਵਿਚਾਲੇ ਕਰਨੀਆਂ। ਜੀ ਜੀ। ਰਸਤਾ ਸਾਫ਼ ਕਰਦੇ ਚਲੇ ਗਏ। ਉਸ ਵੇਲੇ ਲੋਕ ਬਾੜਾਂ ਕਰਦੇ ਤੇ ਖੇਤਾਂ ਦੀਆਂ ਜੀ ਜੀ ਕਰਦੇ ਸੀ। ਢੰਗਾਂ ਕੱਢ ਕੇ ਹਾਂ ਹਾਂ। ਬੱਕਰੀਆਂ ਬੁਕਰੀਆਂ ਵੀ ਬੱਕਰੀਆਂ ਨੁਕਸਾਨ ਦਾ ਨਾ ਮਾਲ, ਕੋਈ ਕਿਸੇ ਦਾ ਹਾਂ ਨੁਕਸਾਨ, ਹਾਂ। ਬਾੜਾਂ ਝਿੰਗਾਂ ਕੱਢ ਕੇ ਬਾੜਾਂ ਕਰਦੇ ਤੇ ਆ। ਅੱਛਾ ਜੇ ਕਿਤੇ ਰਸਤੇ 'ਚ ਬਾੜ ਆਈ ਤੇ ਮੋਹਰੇ ਜਿਹੜੇ ਬੰਦੇ ਤੇ ਉਹਨਾਂ ਨੇ ਪੱਟ ਕੇ ਪਾਸੇ ਕਰ ਦੇਣਾ, ਹਾਂ ਹਾਂ। ਲੰਘਣ ਨੂੰ ਰਾਹ ਬਣਾ ਦੇਣਾ। ਅੱਛਾ। ਇਸ ਲਈ ਅਜ਼ਾਨਾਂ ਦਾ ਟਾਈਮ ਹੋਇਆ। ਫਿਰ ਅਸੀਂ ਹੂੰ। ਉੱਥੇ ਪਹੁੰਚੇ। ਉਹ ਪਿੰਡ ਦਾ ਨਾਂ ਤਾਂ ਕੰਜਾਰੀ। ਅੱਛਾ ਕੰਜੈਰੀ। ਕੰਜਾਰੀ। ਅੱਛਾ ਉੱਥੇ ਸਾਡੇ ਰਿਸ਼ਤੇਦਾਰ ਸੀ। ਉੱਥੇ ਜਿਸਲੇ ਪਹੁੰਚੇ ਉਹਨਾਂ ਦੇ ਜੂਝ ਮਤਲਬ ਰਕਬੇ 'ਚ ਹਾਂਜੀ ਹਾਂਜੀ। ਉਹ ਫਿਰ ਸਿਆਣੇ ਕਹਿਣ ਲੱਗੇ ਵੀ ਇਹ ਉਹ ਪਿਛਲੀ ਖੁੰਮਣਾ ਵਾਲੀ ਨਾ ਹੋਵੇ। ਅੱਛਾ। ਪਹਿਲੇ ਨਿਆਣੇ ਨਿੱਕੇ ਨੂੰ ਇੱਥੇ ਬਿਠਾ ਦਿਓ ਬਾਹਰ ਹੀ, ਹਾਂ ਹਾਂ। ਤੇ 4 ਬੰਦੇ ਜਾ ਕੇ ਪਤਾ ਕਰੋ ਵੀ ਜੀ ਆ ਪਿੰਡ 'ਚ ਆ ਜਾਈਏ ਕਿ ਨਾ ਆ ਜਾਈਏ। ਜੀ ਜੀ। ਉਹ 5-4 ਬੰਦੇ ਗਏ। ਜਿਸਲੇ ਪਿੰਡ 'ਚ ਗਏ, ਬਰਾਲਾ ਬੋਲਦੇ ਜਾਂਦੇ ਤੇ ਉਹ ਪਿੰਡ ਹਾਂ, ਹਾਂ। 'ਚ ਪਹਿਰਾ ਲੱਗਿਆ ਦਾ। ਅੱਛਾ ਪਹਿਰੇ ਵਾਲੇ ਨੇ ਕਿਹਾ ਲਵੇ ਸਿੱਖ ਆਉਂਦੇ ਇੱਧਰ, ਹਾਂ ਹਾਂ। ਸਿੱਖ ਪੈ ਗਏ। ਉਹਨਾਂ ਨੇ ਕਿਹਾ ਸਾਡੇ ਪਿੰਡ ਵਾਲਿਆਂ ਨੇ ਕਿਹਾ ਵੀ ਅਸੀਂ ਸਿੱਖ ਨਹੀਂ, ਅਸੀਂ ਗਲਵੱਡੀ ਆ। ਗਲਵੱਡੀ ਉਜੜ ਗਈ। ਅੱਛਾ। ਉਹਨੇ ਕਿਹਾ ਗਲਵੱਡੀ ਉੱਜੜ ਗਈ। ਗਲਵੱਡੀ ਉਜੜ ਗਈ। ਅੱਛਾ। ਉਹਨਾਂ ਨੇ ਕਿਹਾ ਹਾਂ ਹਾਂ ਕਿ
ਕਹਾਂ ਤਾਂ ਪਿੰਡ ਚ ਆ ਜਾਈਏ, ਕਹਾਂ ਤਾਂ ਪਾਸੇ ਕਿਧਰ ਨਿਕਲ ਜਾਈਏ। ਜੀ ਜੀ ਉਹ ਕਹਿੰਦੇ ਆ ਜਾਓ। ਜੀ ਜੀ ਬਸ ਆ ਗਏ ਤੇ 7 ਪਿੰਡ ਦੇ ਉੱਥੇ ਮੁਸਲਮਾਨਾਂ ਦੇ। ਅੱਛਾ ਉਹਨਾਂ ਨੇ ਉਸ ਵੇਲੇ ਬੰਦਾ ਘੋੜੀ ਖੇਡਦੇ ਵੀ ਵੱਡੀ ਉੱਜਣਗੀ, ਚਲੋ ਜੀ ਜੀ 300 ਗੱਡਾ ਲੋਕਾਂ ਨੇ ਜਿਹਨਾਂ ਕੋ ਗੱਡੇ ਤੇ ਜੋੜ ਲਏ। ਅੱਛਾ 7 ਪਿੰਡਾਂ ਦਾ ਕਾਫਲਾ ਹਾਂ ਬਣ ਗਿਆ ਉੱਥੋਂ। ਅੱਛਾ ਉੱਥੋਂ ਫਿਰ ਸਲਾਹ ਕੀਤੀ ਵੀ ਮਲੇਰਕੋਟਲੇ ਨੂੰ ਚੱਲੋਗੇ। ਇਹ ਜਿਹੜਾ ਗਲਵੱਡੀ ਪਿੰਡ ਸੀ ਹਾਂ, ਇਹ ਕਿੰਨਾ ਕੁ ਵੱਡਾ ਸੀ? ਵੱਡਾ ਤਾਂ ਖੈਰ ਐਡਾ ਕੋਈ ਨਹੀਂ ਸੀ, ਹਾਂ ਤਾਂ ਪੂਰਾ ਸੋਰੇ, ਕਿਉਂਕਿ ਸਾਡੇ ਪਿੰਡ ਦੇ ਵਿੱਚ ਹੋਰ ਕੌਮ ਕੋਈ ਨਹੀਂ ਸੀ। ਸਾਰੇ ਨਾ ਹਿੰਦੂਆਂ ਮੁਸਲਮਾਨ ਦੇ, ਨਾ ਸਿੱਖਾਂ ਦੇ, ਨਾ ਚੂੜੀਆਂ ਦੇ, ਨਾ ਚਮਾਰਾਂ ਦੇ, ਅੱਛਾ ਸਾਰੇ ਮੁਸਲਮਾਨ ਸੀ। ਮੁਸਲਮਾਨਾਂ ਦਾ। ਅੱਛਾ ਨੰਬਰਦਾਰ ਦਾ ਨਾਂ ਯਾਦ ਆ? ਨੰਬਰਦਾਰ ਦਾ ਨਾਮ ਲਾਹੀ ਤਾ। ਇਲਾਹੀ। ਹਾਂ ਅੱਛਾ ਹਾਂਜੀ। ਹਾਂ ਹੁਣ ਕੋਟਲੇ ਦੀ ਗੱਲ ਅੱਗੇ ਸ਼ੁਰੂ ਕਰੋ ਜਿਹੜੀ ਕਰਦੇ ਪਏ। ਹੁਣ ਫਿਰ ਕੋਟਲੇ ਨੇ ਜਿਸ ਵੇਲੇ ਸਾਰਿਆਂ ਨੇ ਸਲਾਹ ਮਸ਼ਵਰਾ ਹੋ ਗਿਆ ਵੀ ਕੋਟਲੇ ਮਲੇਰਕੋਟਲੇ ਨੂੰ। ਅੱਛਾ ਮਨੇਰ ਕੋਟਲਾ। ਮਲੇਰਕੋਟਲੇ ਵਾਲਾ ਰਾਜਾ ਦਾ ਜਿਹੜਾ ਇੱਕ ਛੋਟੀ ਜਿਹੀ ਰਿਆਸਤ ਸੀ ਉਹਦੇ ਅੱਛਾ 80 ਪਿੰਡਾਂ ਦੀ। ਅੱਛਾ 80 ਪਿੰਡਾਂ ਦੀ ਰਿਆਸਤ ਸੀ ਮਲੇਰਕੋਟਲੇ ਰਾਜੇ ਦੀ। ਅੱਛਾ ਵੀ ਉੱਥੇ ਨੂੰ ਚਲੋ ਤੇ ਉੱਥੇ ਨੂੰ ਮਤਲਬ ਸ਼ੁਰੂ ਹੋਏ ਗਏ ਚੱਲੇ। ਹਾਂ ਉੱਥੇ ਰਸਤੇ 'ਚ ਇੱਕ ਨਹਿਰ ਟੱਪਦੀ ਸੀ। ਅੱਛਾ ਨਹਿਰ ਅਬੂਰ ਕਰਨੀ ਦੀ ਪਾਰ, ਹਾਂ ਹਾਂ ਵੱਡੀ ਨਹਿਰ ਸੀ। ਵੱਡੀ ਨਹਿਰ ਸੀ। ਅੱਛਾ ਉਸ ਵੇਲੇ ਇਸ ਪਾਸੇ ਜਾ ਕੇ ਮਲੇਰਕੋਟਲੇ ਉੱਥੇ ਉਸ ਨਹਿਰ ਦੇ ਪੁਲ ਦੇ ਨਾਲ ਮੋਟਰਾਂ ਹਿੰਦੂਆਂ ਦੀਆਂ ਕੁੜੀਆਂ ਮੱਲਠੜੀ ਦੀਆਂ ਹਾਂ ਹਾਂ ਸਕਰੌੜ ਨੇ ਉਹ ਪੁਲ ਬੰਦ ਕੀਤੇ ਤੇ ਕੰਡਾ ਤਾਰ ਲਾਈ ਦੋਹਾਂ ਪਾਸਿਆਂ ਤੇ, ਇਹਦੇ ਵਿੱਚ ਲੱਕੜਾਂ ਚਿੰਗਾ ਸੁੱਟ ਕੇ ਅੱਗ ਲਾਈ। ਅੱਛਾ ਪੁਲ ਬੰਦ ਕੀਤਾ। ਹਾਂ ਹਾਂ ਜਿਸ ਵੇਲੇ ਦੁਨੀਆ ਗਈ ਤੇ ਪੁਲ ਬੰਦ ਕੀਤਾ ਅੱਛਾ ਤੇ ਮਿਲਟਰੀ ਦੀਆਂ ਮੋਟਰਾਂ ਖੜੀਆਂ ਮਸ਼ੀਨ ਇਹਨਾਂ ਹਾਂ ਨਾਲ। ਹਾਂ ਹਰ ਪੁਲ ਦਾ ਹੁਣ ਤੈਨੂੰ ਪਤਾ ਵੀ ਜਿੱਥੇ 7 ਪਿੰਡ ਇਕੱਠੇ ਆ, ਹਾਂ ਹਾਂ ਉੱਥੇ ਪੁੱਲ ਬੰਦਿਆਂ ਨੇ ਚੱਕ ਕੇ ਲੱਕੜਾਂ ਨਹਿਰ 'ਚ ਇੱਧਰ ਮਾਰ ਕੰਡਾ ਤਾਰ ਪੱਟਤੀ, ਕੰਡਾ ਤਾਰ ਕਿਤੇ ਹਾਂ ਹਾਂ ਪੁਲ ਸਾਫ਼ ਕਰ ਲਿਆ। ਅੱਛਾ ਦੁਨੀਆ ਟੱਪਣ ਲੱਗ ਪਈ। ਯਾਰ ਦੁਨੀਆ ਟੱਪਣ ਲੱਗੀ ਤੇ ਉਹਨਾਂ ਨੇ ਮਸ਼ੀਨ ਗਨਾਂ ਦੇ ਹਾਰ ਖੋਲੀ। ਅੱਛਾ ਓਏ ਓਏ ਉੱਥੇ ਫਿਰ ਦੁਨੀਆ ਨੇ ਨਾ ਪੁੱਜੀ, ਅੱਛਾ ਬੰਦੇ ਕੋ ਬੰਦਾ ਚੜ ਗਿਆ। ਅੱਛਾ ਯਾਰ ਨੇ ਮੇਰਾ ਮਾਮਾ ਵੀ ਉੱਥੇ ਪਹੁੰਚਿਆ, ਮੇਰੇ ਮਾਮੇ ਦਾ ਪੁੱਤ ਵੀ ਉਹ ਵੀ ਉੱਥੇ। ਅੱਛਾ ਤੇ ਅਸੀਂ ਜਿਹੜੇ ਉਹ ਸ਼ਹੀਦ ਹੋ ਗਏ ਉੱਥੇ। ਸ਼ਹੀਦ ਹੋ ਗਏ। ਥੋੜੇ ਨਹੀਂ ਹੋਏ ਉੱਥੇ, ਲੱਖਾਂ ਕਰੋੜਾਂ ਦੇ ਹਿਸਾਬ ਨਾਲ ਸ਼ਹੀਦ ਹੋਏ। ਅੱਛਾ ਇਹ ਗਵਰਨਮੈਂਟ ਦੇ ਬੰਦੇ ਸੀ ਜਿਨ੍ਹਾਂ ਨੇ ਗੋਲੀ ਚਲਾਈ ਸੀ? ਹਾਂ ਅੱਛਾ ਤੇ ਜਿਹੜਾ ਉਹ ਰਾਜਾ ਦਾ ਹਾਂ ਉਹਨੇ ਆਪਣੀ ਫੌਜ ਨੂੰ ਪਤਾ ਲੱਗ ਗਿਆ, ਉਹਨੇ ਫੌਜ ਤਾਂ ਭੇਜਤੀ ਐਸ ਪੁਲ ਨੂੰ। ਅੱਛਾ ਹਾਂ ਹਾਂ ਜਾਓ ਮੁਲਕ ਉੱਜੜ ਗਿਆ ਤੇ ਉਹਨਾਂ ਨੂੰ ਅਮਨ ਸਕੂਨ ਨਾਲ ਲਿਆਓ। ਅੱਛਾ ਗਾਫਲਾ ਜਿਹੜਾ ਤਾਂ ਆ ਗਿਆ ਇਸ ਪੁਲ। ਅੱਛਾ ਹਾਂ ਹਾਂ ਇਸ ਪੁਲ ਦੇ ਸਿੱਖਾਂ ਦਾ ਤੇ ਲੱਕੜੀ ਦਾ ਮੋਟਰਾਂ ਦਾ ਜੋੜ ਦਾ। ਅੱਛਾ ਪਰ ਦੁਨੀਆ ਜਿਸ ਵੇਲੇ ਇੱਥੇ ਪੁੱਜ ਗਈ, ਹਾਂ ਹਾਂ ਉਹਨੂੰ ਪਤਾ ਲੱਗਿਆ ਵੀ ਗਾਫਲਾ ਤਾਂ ਇੱਧਰ ਮਾਰਿਆ ਗਿਆ ਫੌਜ ਨੂੰ। ਹਾਂ ਉਹ ਫੌਜ ਨੇ ਫਿਰ ਤੁਹਾਨੂੰ ਪਤਾ ਸੜਕਾਂ ਤੇ ਜਾਣਾ ਤਾਂ ਹਾਂ ਹਾਂ ਬਿਜਲੀ ਪਟੇ ਤਾਂ ਆ ਹੀ ਨਹੀਂ ਸਕਦੀਆਂ ਗੱਡੀਆਂ। ਜੀ ਜੀ ਹਾਂ ਬਸ ਜਿਸ ਵੇਲੇ ਆਉਂਦਿਆਂ ਨੂੰ ਤਬਾਹੀ ਹੋ ਗਈ। ਅੱਛਾ ਅਸੀਂ ਜਦੋਂ ਸਾਨੂੰ ਨਹੀਂ ਪਤਾ ਲੱਗਿਆ, ਮੇਰੀ ਬਾਂਹ ਇੱਕ ਸਾਡੇ ਬੁੜੇ ਨੇ ਫੜੀ ਹੈ, ਅੱਛਾ ਇੱਕ ਬਾਂਹ ਮੇਰੇ ਤੋਂ ਜਿਹੜਾ ਬੜਾ ਤਾਂ ਉਹਦੀ ਫੜੀ ਹੈ, ਅੱਛਾ ਤੇ ਇੱਕ ਸਾਡਾ ਬੜਾ ਭਾਈ ਦਾ। ਅੱਛਾ ਅਸੀਂ ਚਾਹਾਂ ਨੂੰ ਅੱਲਾ ਜਾਣੇ ਸਾਨੂੰ ਕਿਹਨੇ ਉਹ ਪਲਟ ਪਾਤਾ, ਅੱਛਾ ਕਿਹਨੇ ਨਹੀਂ ਪਾਤਾ, ਸਾਨੂੰ ਨਹੀਂ ਪਤਾ ਲੱਗਿਆ। ਅੱਛਾ ਜਿਸ ਵੇਲੇ ਉਹ ਨਹਿਰ ਅਬੂਰ ਕਰ ਗਏ, ਹਾਂ ਹਾਂ ਨਹਿਰ ਅਬੂਰ ਕਰਕੇ ਫਿਰ ਅੱਗੇ ਤੁਰ ਪਏ। ਫਿਰ ਅੱਗੇ ਤੁਰ ਪਏ ਤੇ ਜਿਸ ਵੇਲੇ ਅੱਗੇ ਤੁਰੇ ਆ ਤਾਂ ਅੱਧੇ ਇੱਕ ਮਰ ਗਏ ਸੀ ਉੱਥੇ ਹੈਂ? ਉਸ ਪੁਲ ਤੇ, ਅੱਧੇ ਇੱਕ ਮਰ ਗਏ ਸੀ ਜਿੱਦਾਂ ਉਹਨਾਂ ਨੇ ਗੋਲੀ ਚਲਾਈ ਸੀ। ਅੱਧ ਤੋਂ ਵੀ ਜ਼ਿਆਦਾ ਹੀ ਮਰ ਗਏ ਆ। ਅੱਛਾ ਅੱਧ ਤੋਂ ਵੀ ਜ਼ਿਆਦਾ, ਕੋਈ ਬਚਿਆ ਖੁਚਿਆ ਇੱਧਰ ਨੂੰ ਆਇਆ? ਬਚਿਆ ਕੁਝ ਜਿਹੜੇ ਬਚ ਗਏ ਉਹ ਫਿਰ ਜਿਸ ਵੇਲੇ ਅਸੀਂ ਪੁਲ ਟੱਪ ਗਏ ਆਂਗੇ ਤੇ ਮੋਟਰਾਂ ਆਈਆਂ, ਅਸੀਂ ਆਪਣੇ ਬੁੜੇ ਨੂੰ ਖਿੱਚ ਕੇ ਖਤਾਨਾਂ ਨੂੰ ਲੈ ਕੇ ਦਿਨ ਛਿਪ ਗਿਆ। ਅੱਛਾ ਕਰਦੇ ਆ ਵੀ ਇਹ ਮੋਟਰਾਂ ਆ ਗਈਆਂ, ਇਹਨਾਂ ਨੇ ਸਾਨੂੰ ਮਾਰ ਦੇਣਾ। ਜੀ ਜੀ ਉਹ ਬਾਹਾਂ ਕੱਢ ਕੇ ਫਿਰ ਫੌਜੀ ਤੇ ਉਹਦੇ
ਤਾਂ ਕਰਦੇ ਹੁਣ ਸੋਨੇ ਅਸੀਂ ਪਹੁੰਚ ਗਏ। ਹਾਂ ਹੁਣ ਫਿਕਰ ਨਾ ਕਰੋ, ਅੱਛਾ ਹੁਣ ਭਾਵੇਂ ਇੱਥੇ ਪੈ ਜਾਓ, ਅੱਛਾ। ਤੁਹਾਨੂੰ ਕੁਝ ਨਹੀਂ ਹੁੰਦਾ। ਉਹ ਰਾਜਾ ਦੇ ਸੀਗੇ ਫੌਜੀ। ਫੌਜੀ ਅੱਛਾ ਅਸੀਂ ਪਹੁੰਚ ਗਏ। ਅੱਛਾ ਉੱਥੋਂ ਫਿਰ 2-3 ਕਮੀਲਾਂ ਦੇ ਆ ਕੇ ਅੱਛਾ ਉਹਨਾਂ ਨੇ ਰੋਕ ਕੇ ਉੱਥੇ ਕੰਪ ਜਲਾ ਲਿਆ। ਅੱਛਾ ਉਸ ਕੰਪ ਦੇ ਪੈ ਗਏ ਜੀ ਜੀ ਤੇ ਉੱਥੋਂ 3 ਦਿਨ ਜੀ ਫੌਜੀ ਜਿਹੜੇ ਸਹਿਕਦੇ ਬੰਦੇ, ਅੱਛਾ ਬੱਚੇ, ਅੱਛਾ। ਇਹ 3 ਦਿਨ ਲਿਆਉਂਦੇ ਰਹੇ ਨੇ ਉੱਥੋਂ ਉਸ ਪੁਲ ਤੋਂ। ਉਸ ਪੁਲ ਤੋਂ। ਅੱਛਾ ਜਿਹੜੀਆਂ ਲਾਸ਼ਾਂ ਦੀਆਂ ਜਿੰਨੀਆਂ ਉਹ ਤਾਂ ਨਹਿਰ 'ਚ ਰੁੜ੍ਹਤੀਆਂ ਅੱਛਾ ਤੇ ਉਹ ਉੱਥੇ ਪੁਲ ਦਾ ਉੱਥੇ ਧੌਲ ਬਣ ਗਏ। ਅੱਛਾ 3 ਦਿਨ ਕਿ 4 ਦਿਨ ਉੱਥੇ ਰਹੇ ਉਹ ਕੰਪ 'ਚ। ਨਾ ਹਾਂਜੀ। ਖਾਣ ਨੂੰ ਦਾਣਾ, ਨਾ ਖਾਣ ਨੂੰ ਰੋਟੀ, ਨਾ ਪੀਣ ਨੂੰ ਪਾਣੀ। ਅੱਛਾ 8-8 ਦਿਨ ਨਾ ਪਾਣੀ ਲੱਭਿਆ, ਨਾ ਲੱਭੀ ਰੋਟੀ। ਕੋਈ ਸ਼ੱਕ ਇੰਨੀ ਦੁੱਖ ਭਰੀ ਕਹਾਣੀ ਤੁਹਾਡੀ। ਰੋਣ ਆਉਂਦਾ 8-8 ਦਿਨ ਨਾ ਪਾਣੀ, ਨਾ ਰੋਟੀ, ਨਾ ਟੁਕੜਾ। ਜੀ ਜੀ ਬਸ ਉੱਥੇ 2-3 ਦਿਨ ਕੁਦਰਤ ਵਾਲੇ ਗਲੀਆਂ ਵਿੱਚੋਂ ਬਾਰਿਸ਼ ਸ਼ੁਰੂ ਹੋਈ। ਅੱਛਾ ਜਿੱਥੇ ਬੈਠੇ ਤੇ ਉੱਥੇ ਪਾਣੀ ਉਹ ਪਾਣੀ, ਲੱਖ ਪਾਣੀ ਹੋ ਗਿਆ। ਜਿੱਦਾਂ ਅੱਲਾ ਵੀ ਨਾਰਾਜ਼ ਹੋ ਗਿਆ ਸਾਡੇ ਨਾਲ। ਲੱਖ ਪਾਣੀ ਹੋ ਗਿਆ। ਅੱਛਾ ਫਿਰ ਉਹ ਰਾਜਾ ਜਿਹੜਾ ਤਾਂ ਹੂੰ 2 ਘੋੜਿਆਂ ਵਾਲੀ ਬੱਗੀ 'ਚ ਆਇਆ ਅੱਛਾ ਕੰਪ 'ਚ। ਹੂੰ ਸੜਕ ਦੀ ਨਾ ਵਿਚਾਲੇ ਹਾਂ ਸੜਕ ਤੇ 2 ਘੋੜਿਆਂ ਵਾਲੀ ਬੱਗੀ ਜਾ। ਉਸ ਵੇਲੇ ਨਾ ਕਿਸੇ ਕੋ ਕਾਰ ਤੀ, ਨਾ ਕਿਸੇ ਕੋ ਮੋਟਰਸਾਈਕਲ ਦਾ, ਨਾ ਕਿਸੇ ਕੋ ਕੋਈ ਸਵਾਰੀ ਹੀ ਨਹੀਂ ਸੀ। ਹਾਂ 2 ਘੋੜਿਆਂ ਵਾਲੀ ਬੱਗੀ ਤੇ ਆਇਆ। ਅੱਛਾ ਆ ਕੇ ਉਹਨੇ ਐਲਾਨ ਕੀਤਾ ਕਿ ਭਰਾਵੋ ਜੀ ਆਪਣੀ ਜਾਨ ਬਚਾਓ, ਜੀ ਜੀ ਸ਼ਹਿਰ ਨੂੰ ਵੜ ਜਾਓ। ਸ਼ਹਿਰ ਉੱਥੇ 3-4 ਮੀਲਾਂ ਦੇ ਦਾ ਅੱਛਾ ਸ਼ਹਿਰ ਨੂੰ ਵੜ ਜਾਓ। ਨਾ ਕੋਈ ਦੇਖੋ ਦਫ਼ਤਰ ਸਰਕਾਰੀ, ਹੂੰ ਨਾ ਕੋਈ ਦੇਖੋ ਕੋਈ ਕਿਸੇ ਦੀ ਦੁਕਾਨ, ਨਾ ਕਿਸੇ ਦਾ ਮਕਾਨ ਦੇਖੋ। ਜਿੱਥੇ ਸੂਰਦਾਨਾ ਜਿੰਦੇ ਭੰਨ ਕੇ, ਤਖਤੇ ਭੰਨ ਕੇ ਤੇ ਅੰਦਰ ਵਜੋ, ਆਪਣੀ ਜਾਨ ਬਚਾਓ। ਜੀ ਜੀ ਐਲਾਨ ਕੀਤਾ ਉਹਨੇ। ਦੁਨੀਆ ਫਿਰ ਚੱਲ ਪਈ ਭਾਈ, ਲੱਖ ਪਾਣੀ ਦਾ। ਹਾਂ ਅਸੀਂ ਜਿੱਥੇ ਕਿਸੇ ਦੀ ਕੋਠੀ ਲੱਭ ਆ ਗਈ, ਕੋਈ ਉੱਥੇ ਵੜ ਗਏ, ਕਿਸੇ ਦਾ ਦਫ਼ਤਰ ਆ ਗਿਆ ਉੱਥੇ ਵੜ ਗਏ, ਕਿਤੇ ਜਿੱਦਾਂ ਆਪਣੀ ਜਾਨ ਬਚਾਈ। ਅੱਛਾ ਅਗਰ ਤੇ ਉਹ ਰਿਆਸਤ ਦੇ ਪਿੰਡ ਦੇ ਵਿੱਚ। ਹਾਂ ਸ਼ਹਿਰ ਦੇ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ। ਹਾਂਜੀ ਦੂਸਰੇ ਦਿਨ ਫਿਰ ਉਹ ਮਤਲਬ ਦਿਨ ਚੜ੍ਹਿਆ ਤਾਂ ਬਾਰਿਸ਼ ਥਮੀ। ਅੱਛਾ ਫਿਰ ਉਹਨਾਂ ਨੇ ਰਾਜੇ ਪਿੰਡ ਤੋਂ ਇਸ ਪਾਸੇ ਜਾ ਕੇ ਟਿੱਬੇ ਪੈ ਗਏ। ਹਾਂ ਉਸ ਟਿੱਬਿਆਂ ਦੇ ਫੌਜੀਆਂ ਨੇ ਜਾ ਕੇ ਸੜਕਾਂ ਵੀ ਕੱਟ ਦਿੱਤੀਆਂ ਅੱਛਾ ਤੇ 5-5 ਮਾਲੇ ਦੇ ਪਲਾਟ ਬਣਾਤੇ, ਇੱਧਰ ਵੀ ਇੱਧਰ ਵੀ। ਅੱਛਾ ਤੇ ਇੱਥੇ ਵੀ ਆਪਣੇ ਆਪਣੇ 5-5 ਮਾਲੇ ਦੇ ਪਲਾਟਾਂ ਹੀ ਬਹਿ ਜਾਓ ਆਪਣੇ ਆਪਣੇ ਮੱਲ ਕੇ। ਅੱਛਾ ਆਹ ਸੜਕਾਂ ਜਿਹੜੀਆਂ ਹੈ ਇੱਥੇ ਵੀ ਆਓ ਜਾਓ, ਲੰਘੋ ਟੱਪੋ। ਅੱਛਾ ਉੱਥੇ ਤਾਂ ਰਹੇ ਭਾਈ। ਅੱਛਾ ਬਸ ਉੱਥੇ ਜੀ ਥੱਲੇ ਗਏ, ਮਤਲਬ ਖਾਣ ਨੂੰ ਤਾਂ ਕੁਛ ਨਾ ਤੋਂ ਫਿਰ ਉਹ ਐਲਾਨ ਉਹਨੇ ਕੀਤਾ ਵੀ ਜਿਹਦੇ ਕੋਲ ਪੈਸਾ ਹੈਗਾ ਉਹ ਮੁੱਲ ਲੈ ਕੇ ਖਾਓ ਪੀਓ। ਕੋਈ ਜੀ ਜੀ ਜਿਹਦੇ ਕੋਲ ਨਹੀਂ ਕੁਛ ਉਹ ਇੱਕ ਪਾਸੇ ਹੋ ਜਾਓ। ਹਾਂ ਹੁਕੂਮਤ ਦਾ ਫਿਰ ਹੁਕੂਮਤ ਨੇ ਕਿਤੇ ਦਰਜੇ ਦੀਆਂ ਦੇਗਾ ਅੱਛਾ ਜੀ ਰਾਲਿਆਂ ਦੇ ਦੇਗਾ ਪੱਕੀਆਂ। ਉਹ ਰਾਜਾ ਦਾ ਨਾਂ ਯਾਦ ਆ ਤੁਹਾਨੂੰ ਹੁਣ ਇਸ ਵਕਤ? ਨਹੀਂ ਅੱਛਾ ਬੜਾ ਚੰਗਾ ਬੰਦਾ ਸੀ ਰਾਜਾ ਉਹ, ਜਿਹਨੇ ਬੜੀ ਮਦਦ ਹਾਂ ਕੀਤੀ। ਮੁਸਲਮਾਨ ਤਾਂ ਹਾਂ ਰਾਜਾ। ਹਾਂਜੀ ਉਹਨੇ ਕਿਹਾ ਵੀ ਮੇਰੇ ਕੋ ਐਲਾਨ ਕਰਨਾ ਹੋਣਾ ਹੈ ਜੀ। ਇੱਧਰ ਆਉਣ ਤੋਂ ਪਹਿਲੇ ਅੱਛਾ 2 ਘੋੜਿਆਂ ਵਾਲੀ ਬੱਗੀ ਜਾ ਕੇ ਹਾਂ ਕੰਪ ਦੇ ਵਿੱਚ ਜੀ ਵੀ ਭਰਾਵੋ ਮੈਂ ਐਡਾ ਹਸਤੀ ਦਾ ਮਾਲਕ ਨਹੀਂ ਹੈ। ਜੀ ਜੀ ਮੇਰੇ 80 ਪਿੰਡ ਆ। ਜੀ ਜੀ 80 ਪਿੰਡਾਂ 'ਚ ਜੇ ਇੱਥੇ ਰਹਿਣਾ ਚਾਹੁੰਦੇ ਹੋ ਜੀ ਇਮਾਨਦਾਰੀ ਨਾਲ ਜਿਹੜੇ ਕੰਮ ਜਿਹੜਾ ਕੋਈ ਕੰਮ ਕਰਦਾ ਤਾਂ ਅੱਛਾ ਉਸ ਕੰਮ ਤੇ ਹੋ ਜਾਓ। ਜਿਹੜਾ ਜ਼ਿਮੀਂਦਾਰਾ ਕਰਦਾ ਤਾਂ ਉਹਨੂੰ ਜ਼ਿਮੀਂਦਾਰਾ ਜੀ ਜਿੰਨੀ ਜ਼ਮੀਨ ਆ ਉਹ ਮੈਂ ਜ਼ਮੀਨ ਵੀ ਦਊਂਗਾ। ਅੱਛਾ ਬਾਕੀ ਆਪਣਾ ਆਪਣਾ ਕੰਮ ਸੰਭਾਲ ਲਓ। ਜੀ ਜੀ ਲੁਹਾਰਾਂ ਦਾ ਸੰਭਾਲ ਲਓ, ਦੁਕਾਨਾਂ ਦਾ ਸੰਭਾਲ ਲਓ। ਅੱਛਾ ਜਿੱਦਾਂ ਜਿਹਦਾ ਕੰਮ ਤੇ ਕੋਈ
ਹਾਂ ਹਾਂ ਉਹ ਲੋਕਾਂ ਨੇ ਕਿਹਾ ਵੀ ਇੱਥੇ ਨਹੀਂ ਰਹਿ ਸਕਦੇ। ਹਾਂ ਹਾਂ ਫਿਰ ਉਹਨੇ ਕਿਹਾ ਵੀ ਜੇ ਇੱਥੇ ਨਹੀਂ ਰਹਿ ਸਕਦੇ ਪਾਕਿਸਤਾਨ ਜਾਣਾ ਚਾਹੁੰਦੇ ਹੋ, ਜੀ ਜੀ ਜੇ ਤਾਂ ਗੱਡੀ ਤੇ ਜਿੰਨੀ ਜਾਣਾ ਚਾਹੁੰਦੇ ਹੋ ਪਾਕਿਸਤਾਨ, ਅੱਛਾ ਫਿਰ ਤਾਂ ਮੇਰੀ ਜ਼ਿੰਮੇਵਾਰੀ ਕੋਈ ਨਹੀਂ ਹੈ। ਸਹੀ ਆ ਮਾਰਿਆ ਜਾਵੇ ਕੰਪਰੈਸ ਜੇ ਗੱਡੀ ਵੱਢੀ ਜਾਵੇ ਕਤਲ ਹੋ ਜਾਏ, ਅੱਛਾ ਮੇਰੀ ਜ਼ਿੰਮੇਵਾਰੀ ਨਹੀਂ। ਹਾਂ ਹਾਂ ਜੇ ਤੁਸੀਂ ਕਹੋ ਵੀ ਪੈਦਲ ਜਾਣਾ ਅਸੀਂ ਇੱਥੋਂ ਪਾਕਿਸਤਾਨ 'ਚ, ਜੀ ਜੀ ਸਾਡਾ ਇੱਕ ਬੱਚਾ ਨੁਕਸਾਨ ਹੋ ਜਾ ਮੁਸਲਮਾਨਾਂ ਦਾ, ਜੀ ਜੀ ਮੈਂ ਦੋ ਲੈ ਕੇ ਚੱਲ- ਅੱਛਾ ਦੋ ਦਊਂਗਾ ਬਈ ਮੈਂ ਹਾਂ ਦੋ ਲੈ ਕੇ ਚੱਲੂ। ਜੀ ਜੀ ਇਹ ਲੋਕਾਂ ਨੇ ਕਿਹਾ ਵੀ ਇਹਨੂੰ ਗੱਡੀ ਰਸਤੇ 'ਚ ਅੱਗੇ ਕਈ ਗੱਡੀਆਂ ਵੱਡੀਆਂ ਹਾਂ ਕੱਢੀਆਂ, ਕੱਟ ਦਿੱਤੀਆਂ ਸੀ ਤੇ ਲੋਕਾਂ ਨੇ ਕਿਹਾ ਵੀ ਪੈਦਲ ਚੱਲੋ। ਅੱਛਾ ਵੀ ਜਿਹਦੇ ਕੋਲ ਕੋਈ ਪੈਸਾ ਪਾ ਹੈਗਾ ਤਾਂ ਆਪਣਾ ਛੋਲੇ ਜੀ ਜੀ ਜਾਂ ਰਾਸ਼ਨ ਪਾਣੀ ਸੁੱਕਾ ਹਾਂ। ਲੈ ਕੇ ਆਪਣਾ ਬੰਨ ਲਓ। ਅੱਛਾ ਜਿਹਦੇ ਕੋਲ ਨਹੀਂ ਹੈਗਾ ਤੇ ਉਹਦਾ ਫਿਰ ਅੱਲਾ ਵਾਰ ਉਹ ਭਾਈ ਪੈਦਲ ਦੀ ਸਲਾਹ ਦਿੱਤੀ। ਅੱਛਾ ਸਾਰੇ ਪਿੰਡਾਂ ਨੇ ਸਾਰੇ ਰਾਫਲੇ ਨੇ ਜਿੰਨਾ ਵੀ ਕੰਮ ਥਾ ਹਾਂ ਹਾਂ ਪੈਦਲ ਸਲਾਹ ਕੀਤੀ ਤਾਂ ਪੈਦਲ ਚੱਲ ਪਏ ਕੰਪ ਅਖੀਰ ਅੱਛਾ ਚੱਲੇ ਆਇਆ, ਤੁਰੇ ਚਲੇ ਆਏ। ਸਾਡੇ ਨਾਲ ਫੌਜ ਆਈ ਅੱਛਾ ਡੋਗਰਿਆਂ ਦੀ, ਅੱਛਾ ਡੋਗਰਿਆਂ ਦੀ ਫੌਜ ਆਈ ਸਾਡੇ ਕੰਪ ਦੇ ਨਾਲ। ਉਹ ਕਿੱਲਾ ਇੱਧਰ ਫੌਜ ਅੱਜ ਤੁਰਿਆ ਜਾਂਦਾ ਕੰਪ, ਅੱਛਾ ਕਿੱਲਾ ਇੱਧਰ ਦੋ ਕੰਪ ਦੇ ਲਾਗੇ ਨਹੀਂ ਲੱਗੇ ਉਹ ਫੌਜੀ ਅੱਛਾ ਪਾਸੇ ਤੇ ਆਫਾਜ਼ ਬਣਾ। ਹਾਂ ਹਾਂ ਇਹ ਦੇਖਿਆ ਵੀ ਕੋਈ ਸਿੱਖ ਕੋਈ ਹੇਰਾ ਫੇਰੀ ਕਰਨਾ ਚਾਹੁੰਦਾ ਤੇ ਉਹ ਉਸ ਵੇਲੇ ਫਾਇਰ ਮਾਰ ਕੇ ਉਡਾ ਦਿੰਦੇ। ਅੱਛਾ ਲਾਗੇ ਕੋਈ ਨਹੀਂ ਆਉਂਦਾ ਤਾਂ। ਅੱਛਾ ਉਹ ਆਏ, ਉਹਨਾਂ ਤੋਂ ਬਾਅਦ ਫਿਰ ਬਲੋਚੀ ਫੌਜ ਆਈ। ਅੱਛਾ ਬਲੋਚੀ ਫੌਜ ਫਿਰ ਆਈ ਤੇ ਉਹ ਸਾਡੇ ਨਾਲ ਇਸੇ ਤਰ੍ਹਾਂ ਤਾਮਲ ਕੀਤਾ। ਹਾਂ ਬਲੋਚ ਰੈਜੀਮੈਂਟ ਪਾਕਿਸਤਾਨ ਦੀ ਸੀ ਨਾ ਹਾਂ ਹਾਂ ਡੋਗਰਾ ਤਾਂ ਇਹ ਸਿੱਖਾਂ ਦੀ ਸੀ, ਹਾਂ ਇਹ ਪਾਕਿਸਤਾਨੀ ਫੌਜ ਸੀ। ਨਾ ਅੱਛਾ ਬਲੋਚ ਫੌਜ ਥੋੜਾ ਟਾਈਮ ਉਸ ਰਾਜੇ ਦੀ ਫੌਜ ਨੇ ਮਲੇਰਕੋਟਲੇ ਦੀ ਨੇ ਜੀ ਜੀ ਉਹ ਸਾਡੇ ਨਾਲ ਆਈ। ਉਹ ਆਪਣਾ ਹਦੂਦ ਟਪਾ ਗਏ। ਹਾਂ ਹਾਂ ਹਦੂਦ ਆਪਣੇ ਟਪਾ- ਰਿਆਸਤ ਦੀ ਹਦੂਦ ਹਾਂ ਅੱਛਾ ਬਸ ਹਦੂਦ ਟਪਾ ਕੇ ਤੇ ਉਹ ਕਿਸੇ ਮੁੜ ਕੇ ਫਿਰ ਡੋਗਰਾ ਆ ਗਏ, ਫਿਰ ਬਲੋਚੀ ਆ ਗਏ। ਹਾਂ ਹਾਂ ਬਲੋਚੀ ਫਿਰ ਉੱਚੀ ਜਿਹੜੇ- ਆਵਾਜ਼ ਨਾਲ ਗੱਲ ਕਰੀ ਦਿਓ ਜ਼ਰਾ। ਬਲੋਚੀ ਜਿਹੜੇ ਤੇ ਇਹ ਸਾਨੂੰ ਬਾਘਾ ਬਾਰਡਰ ਤੇ ਫਿਰ ਇਹ ਆ ਗਏ ਤੁਹਾਡੇ ਨਾਲ ਨਾਲ। ਅੱਛਾ ਕਿੰਨੇ ਦਿਨ ਲੱਗੇ ਤੁਹਾਨੂੰ ਉੱਥੋਂ ਆਉਣ ਨਹੀਂ ਨਹੀਂ ਬਥੇਰੇ ਲੱਗੇ ਆ ਹੁਣ ਉਹਨਾਂ ਦੇ ਚੇਤੇ ਹੈ। ਅੰਦਾਜ਼ਾ ਉਹਦਾ ਤੇ ਵਸ਼ੇਵਾ ਲਾ ਦਿਓ। ਅੰਦਾਜ਼ਾ 8-7 ਦਿਨ ਤਾਂ ਅਸੀਂ ਲਾਜ਼ਮੀ ਤੁਰੇ ਚਲੇ ਆਏ ਕੰਮ। ਅੱਛਾ ਹੂੰ ਤੋਂ ਲਾ ਕੇ ਕਸੂਰ ਤੇ ਅੱਛਾ ਇੱਥੇ ਜਦੋਂ ਆਏ ਆ ਤਾਂ ਬਾਗਾ ਬਦਲਦੇ ਪਏ ਸੀ, ਬਾਹਰ ਟੱਪੇ ਹਨ ਜੀ ਤੇ ਉਹ ਥੱਲੇ ਜਿਹੜੇ ਫੌਜੀ ਤੇ ਇੱਧਰਲੇ ਪਾਸੇ ਵੀ ਖੜੇ ਤੇ ਇੱਧਰਲੇ ਪਾਸੇ ਵੀ ਕੰਪ ਟੱਪਿਆ ਦਾ ਬਾਰਡਰ ਟੱਪਦਾ। ਹਾਂ ਹਾਂ ਵੀ ਜੇ ਸਾਡੋਂ ਭਰਾਵੋ ਕੋਈ ਗਲਤੀ ਅੱਛਾ ਸਾਨੂੰ ਮਾਫ ਕਰ ਦਿਓ। ਫੌਜੀ ਕਹਿੰਦੇ ਹਾਂ ਅੱਛਾ ਸਾਨੂੰ ਮਾਫ ਕਰ ਦਿਓ। ਹਾਂ ਹਾਂ ਨਾ ਨਹੀਂ ਪਾਕਿਸਤਾਨ ਫਿਰ ਕਹਾਂ ਫੌਜੀ ਪਾਕਿਸਤਾਨ ਖੜੇ। ਜੀ ਹਾਂ ਕਰਨਾ ਕਰੋ ਭਾਵੇਂ ਇੱਥੇ ਪੈ ਜਾਓ, ਹੁਣ ਤੁਸੀਂ ਪਾਕਿਸਤਾਨ ਚ ਆ ਗਏ। ਜੀ ਜੀ ਕਸੂਰ ਆ ਕੇ ਕਿਉਂ ਉੱਥੋਂ ਚੱਲੇ ਆ ਜੀ ਮਲੇਰਕੋਟਲੇ ਹਾਂ ਜੀ ਕਸੂਰ ਆ ਕੇ ਰੋਟੀ ਲੱਗੀ। ਅੱਛਾ ਉੱਥੇ ਇੱਕ ਕੰਪ ਅੱਗੇ ਆਇਆ ਤਾਂ ਲੁਧਿਆਣੇ ਦਾ, ਅੱਛਾ ਉਹ ਸਾਡੇ ਰਿਸ਼ਤੇਦਾਰ ਸੀ। ਹਾਂ ਹਾਂ ਉਹ ਸੜਕ ਦੇ ਉੱਤੇ ਹਾਕਾਂ ਮਾਰਦਾ ਫਿਰਦਾ, ਗਲਵੱਡੀ ਵਾਲਾ ਹਜ਼ਾਰਾਂ ਬਈ ਕਿਤੇ ਗਲਵੱਡੀ ਵਾਲਾ ਹਜ਼ਾਰਾ। ਅੱਛਾ ਸਾਡੇ ਕੰਨ ਆਵਾਜ਼ ਪੈ ਗਈ। ਹਾਂ ਹਾਂ ਆ ਤਾਂ ਐਂ ਲੱਗਦਾ ਜਿਵੇਂ ਮਾਊਂਟ ਵਾਲਾ ਸ਼ੇਰੂ ਹੁੰਦਾ। ਅੱਛਾ ਸ਼ੇਰੂ ਸਾਡਾ ਫੁੱਫੜ ਦਾ। ਅੱਛਾ ਤੇ ਉੱਥੇ ਦੇਖਿਆ ਮੈਂ ਹੋਇਆ ਅਸੀਂ ਬੱਚੇ ਤੇ ਨਾ ਇਹਦੇ ਬੰਦਾ ਸਮਝਦਾਰ ਕੋਈ ਨਹੀਂ ਸੀ। ਅੱਛਾ ਦੇਖੇ ਮਿਲੇ ਹਾਂ ਭਾਈ ਹਾਂ ਅਸਾਂ ਕਿਹਾ ਨਿਆਣੇ ਕਿੱਥੇ ਨੇ ਉਹਨਾਂ ਕਿਹਾ ਜੀ ਬਾਕੀ ਦਾ ਅੱਧਾ ਜੀ ਅਸੀਂ ਇੱਧਰ ਤੇ ਅੱਧਾ ਜੀ ਰੋਜ਼ਾਂ ਉੱਧਰ ਨਿਕਲ ਗਏ। ਅੱਛਾ
ਬਸ ਫਿਰ ਉੱਥੇ ਰੋਟੀ ਉਹਨਾਂ ਨੇ ਫਿਰ ਪਕਾਈ। ਅੱਛਾ। ਫਿਰ ਪਹਿਲਾਂ ਆ ਕੇ ਕਿੱਥੇ ਬੈਠੇ, ਕਿਹੜੇ ਪਿੰਡ ਦੇ ਵਿੱਚ? ਉੱਥੋਂ ਫਿਰ ਚੱਲੇ ਅੱਛਾ। ਲਾਹੌਰ। ਹਾਂ। ਲਾਹੌਰੋਂ ਚੱਲੇ ਤੇ ਫਿਰ ਅਸੀਂ ਰਸਤੇ 'ਚ ਜੜ੍ਹਾਂ ਵਾਲੇ ਤੇ ਪਰੇ ਲਾਹੌਰ ਤੇ ਉਰੇ ਜੀ। ਇੱਥੇ ਆ ਕੇ ਰਾਤ ਰਹੇ। ਅੱਛਾ। ਤੀਸਰੀ ਰਾਤ ਫਿਰ ਫੈਸਲਾਬਾਦ ਆ ਕੇ ਧੋਬੀ ਘਾਟ ਆ। ਅੱਛਾ। ਹੁਣ ਤਾਂ ਉਹਦਾ ਪਤਾ ਹੀ ਨਹੀਂ ਲੱਗਦਾ ਧੋਬੀ ਘਾਟ ਦਾ ਫਿਰ ਕਿਆ ਬਣਿਆ ਤੇ ਸ਼ਹਿਰ ਹੀ ਬਣ। ਅੱਛਾ। ਉੱਥੇ ਆ ਕੇ ਰਾਤ ਰਹੇ। ਫਿਰ ਉੱਥੇ ਰਾਤ ਗਿਆ, ਉੱਥੇ ਬਾਬੇ ਰਹੇ। ਅੱਛਾ। ਉੱਥੇ ਫਿਰ ਉਹ ਸਾਡਾ ਫੁੱਫੜ ਦਾ ਜਿਹੜਾ ਅੱਛਾ। ਲੁਧਿਆਣੇ ਦਾ ਕੰਮ ਪਹਿਲੇ ਆ ਗਏ ਤੇ ਨਾ ਸੱਤ। ਹਾਂਜੀ ਹਾਂਜੀ। ਇਹਨੇ ਆ ਕੇ ਮਕਾਨ ਮੁੱਲ ਲਏ ਪਰੇ ਅੱਛਾ। ਭਰਾਏ ਹਾਂ ਹਾਂ। ਸਿੱਖਾਂ ਦਾ। ਅੱਛਾ। ਤੇ ਇਹ ਫਿਰ ਚਲਾ ਗਿਆ ਹਾਂ। ਕੰਪ ਦੇ ਵਿੱਚ। ਸਾਡੀ ਭੂਆ ਨੇ ਕਿਹਾ ਵੀ ਤੂੰ ਪਤਾ ਕਰ ਹਾਂ। ਸਾਡਾ ਜੀ ਵੀ ਬਚ ਕੇ ਆ ਗਿਆ। ਅੱਛਾ। ਸਾਡਾ ਬੜਾ ਤੇ ਕੰਪ ਝਾਕਾਂ ਮਾਰੀਆਂ ਨੇ। ਅੱਛਾ। ਵਾਹ ਨਹੀਂ ਸੁਣਿਆ ਉਹਨੇ ਕਿਹਾ ਹਾਂ ਭਾਈ। ਹਾਂ। ਉਹਨੇ ਕਿਹਾ ਆਓ ਤੁਰੋ ਜਨਾਬ। ਅੱਛਾ। ਉੱਥੋਂ ਫਿਰ ਸਾਨੂੰ ਲੈ ਕੇ 75 16 ਵੱਜਦਾ ਅੱਛਾ। ਲਹਿੰਦੇ ਪਾਸੇ ਫੈਸਲਾਬਾਦ ਦੇ ਹਾਂ ਹਾਂ। ਠੀਕਰੀ ਵਾਲਾ ਬੰਗਲਾ ਲੱਗਦਾ ਉਹਨਾਂ ਨੂੰ। ਜੀ ਜੀ। ਉੱਥੇ ਅਸੀਂ ਆ ਗਏ ਭਾਈ। ਉੱਥੇ ਫਿਰ ਉਹਦੇ ਕੋਲ ਰਹੇ ਮਹੀਨਾ 20 ਦਿਨ। ਅੱਛਾ। ਇੱਕ ਮੇਰੇ ਤੋਂ ਬੜੇ ਦੇ ਦੋ ਜਿਹੜੇ ਜੀ। ਮੇਰੇ ਭਰਾ ਜੀ। ਉਹਦੇ ਸਹੁਰੇ ਤੇ ਸਾਡੇ ਨਾਲ। ਅੱਛਾ। ਉਹ ਫੁੱਫੜ ਸਾਡਾ ਕਹਿਣਗਾ ਵੀ ਜ਼ਮੀਨ ਤੁਹਾਨੂੰ ਇੱਥੇ ਪਵਾ ਦਿੰਦਾ। ਜੀ। ਅੱਛਾ। ਤੇ ਭਾਈ ਸਾਡੇ ਕਹਿਣਗਾ ਵੀ ਇਹਨਾਂ ਨੂੰ ਵੀ ਪਵਾ ਕੇ ਦੇ। ਉਹ ਆਪਣੇ ਰਿਸ਼ਤੇਦਾਰ ਨੇ ਨਾਲ ਨੇ। ਅੱਛਾ। ਉਹ ਸਕੇ ਇਹਨਾਂ ਨੂੰ ਨਹੀਂ ਮੈਂ ਪਵਾ ਕੇ ਦੇਣੀ, ਮੈਂ ਤੈਨੂੰ ਪਵਾ ਕੇ ਦੇਣੀ ਆ ਇੱਥੇ ਜ਼ਮੀਨ ਤੇ। ਅੱਛਾ। ਤੇ ਸਾਡਾ ਬੜਾ ਕਹਿਣਗਾ ਵੀ ਨਹੀਂ ਇਹ ਨਾਮ ਨਾ ਸਮਝ। ਹਾਂ। ਹੁਣ ਉਹ ਰਿਸ਼ਤੇਦਾਰ ਆ, ਦੋ ਮੁੰਡੇ ਵਿਆਹੇ ਇਹਨਾਂ ਦੇ। ਅੱਛਾ। ਤੇ ਉਹਨੇ ਕਹਿਣਾ ਵੀ ਮੇਰੇ ਨਾਲ ਧੋਖਾ ਕਰਦੇ। ਅੱਛਾ। ਉੱਥੋਂ ਫਿਰ ਚੱਲੇ ਅਸੀਂ ਫੈਸਲਾਬਾਦ। 100 ਰੁਪਏ ਲੋੜੀ ਤੋਂ 100 ਤੋਂ। ਹਾਂਜੀ। ਮੈਂ ਗੱਡੀ ਦੀ ਲਾਈਨ ਫੜ ਲਈ। ਅੱਛਾ। ਆ ਕੇ ਅਸੀਂ ਰਾਤਾਂ ਦਾ ਰਹੇ ਰਸਤੇ। ਖਾਣੇ ਵਾਲ ਤੋਂ ਪਿੱਛੇ ਰਾਤ ਰਹੇ। ਅੱਛਾ। ਦੂਸਰੀ ਰਾਤ ਖਾਣੇ ਵਾਲਾ ਆ ਕੇ ਰਹੇ। ਅੱਛਾ। ਗੱਡੀ ਦੀ ਲਾਈਨ ਹੈ, ਲਾਈਨ ਤੁਰੇ ਆਏ। ਹਾਂ ਹਾਂ। ਤੀਸਰੀ ਲਾਈਨ ਖਾਣੇ ਵਾਲ ਟੱਪ ਕੇ ਉਹਦੇ ਸਟੇਸ਼ਨ ਆਉਂਦਾ ਤੇ ਜੰਗਲ ਮੜਿਆਲਾ। ਜੰਗਲ ਬਣਿਆ। ਹਾਂ। ਉੱਥੇ ਰਾਤ ਰਹੇ। ਅੱਛਾ। ਉੱਥੋਂ ਫਿਰ ਚੱਲੇ ਅਸੀਂ ਦੁਨੀਆ ਪਰ ਆ ਗਏ। ਅੱਛਾ। ਦੁਨੀਆ ਪਰ ਆਏ ਅਸੀਂ ਦਿਨ ਛਿਪਦੇ ਨੇ। ਹਾਂ ਹਾਂ। ਦਿਨ ਛਿਪਦੇ ਨੇ ਦੁਨੀਆ ਪਰ ਆ ਕੇ ਤੇ ਫਿਰ ਅਸੀਂ ਚੱਲ ਪਏ ਇੱਥੇ। ਸਹੀ ਹੈ। ਇੱਥੇ ਪਹੁੰਚੇ ਰਾਤ ਦੇ 10-11 ਵਜੇ। ਅੱਛਾ। ਕਿਉਂਕਿ ਬੁੜਾ ਸਾਡਾ ਭਰਾ ਸਾਡਾ ਸ਼ਰੀਫ ਉਹਨਾਂ ਦਾ ਆਪਾਂ ਜੀ ਜੀ। ਅਮਨ ਦੇ ਟਾਈਮ 'ਚ ਹੀ ਪਿਆ ਤਾਂ ਇੱਥੇ। ਅੱਛਾ। ਅਮਨ ਦੇ ਟਾਈਮ ਦਾ ਬੁੜਾ ਸਾਡਾ ਇੱਥੇ ਆਉਂਦਾ ਜਾਂਦਾ ਤਾਂ। ਹਾਂ। ਤੁਹਾਡੀਆਂ ਫਿਰ ਕਿੰਨੀਆਂ ਸ਼ਹਾਦਤਾਂ ਹੋਈਆਂ, ਪਤਾ ਲੱਗਿਆ ਕੋਈ? ਇਹ ਹਾਲਤਾਂ ਦਾ ਬਥੇਰੀਆਂ ਹੋਈਆਂ ਹੁੰਦੇ। ਬਈ ਅੱਗੇ ਪਿੱਛੇ ਜਿਹੜੇ ਉਹ ਪਰੇ ਗਏ ਸੀ ਦਰਬਾਰਾਂ ਨੂੰ, ਤੇ ਅੱਗੇ ਪਿੱਛੇ ਕੋਈ ਪਤਾ ਨਹੀਂ ਲੱਗਿਆ? ਅੱਛਾ। ਹਾਲਤਾਂ ਦਾ ਬਹੁਤ। ਤੁਸੀਂ ਫਿਰ ਇੱਥੇ ਆ ਕੇ ਆਬਾਦ ਹੋ ਗਏ? ਇੱਥੇ ਆ ਕੇ ਆਬਾਦ ਹੋਏ ਜੀ। ਇੱਥੇ ਰਹੇ ਮਹੀਨਾ। ਅੱਛਾ। ਕਿਉਂਕਿ ਸ਼ਰੀਫ ਹੋਣਾ ਦੇ ਅੱਬਾ ਇੱਥੇ ਤਾਂ ਨਾ। ਹਾਂ। ਇਹਨਾਂ ਦਾ ਰਮਜ਼ਾਨ ਦਾ ਭਾਣਜਾ ਸੀ ਜਾਂ ਇਹਨਾਂ ਦਾ ਕੋਈ ਰਿਸ਼ਤੇਦਾਰ ਸੀ? ਉਹੀ ਬੈਨੋਈ। ਹਾਂ ਹਾਂ। ਜੀ ਜੀ। ਦਾ ਭਾਣਜਾ ਮੈਨੂੰ ਹੀ ਲੱਗਦਾ ਤਾਂ ਸਾਡਾ ਮੇਰਾ ਭਰਾ। ਅੱਛਾ। ਉਹਦੇ ਚਾਚੇ ਦੀ ਧੀ। ਅੱਛਾ। ਇਹਨਾਂ ਦੀ ਅੰਮੀ ਸ਼ਰੀਫ ਹੋਣਾ ਦੀ। ਇਹ ਰਮਜ਼ਾਨ ਦੇ ਚਾਚੇ ਦੀ ਧੀ ਸੀ? ਉਹਦੀ ਭੈਣ ਲੱਗਦੀ ਸੀ। ਹਾਂ, ਭੈਣ ਸੀ। ਹਾਂ। ਉਹ ਫਿਰ ਇੱਥੇ ਮਹੀਨਾ ਰਹੇ ਤੇ ਫਿਰ ਪਤਾ ਲੱਗਿਆ ਵੀ ਘੱਲੂਆਂ ਦਕੋਟੇ ਚੌਰੇ ਸ਼ੇਰੋਂ। ਹਾਂ। ਘੱਲੂ। ਘੱਲੂ। ਅੱਛਾ। ਉਹ ਜ਼ਮੀਨਾਦਾਰ ਕਰਦਾ। ਹਾਂ। ਉੱਥੇ ਫਿਰ ਗਏ ਬੜਾ ਸਾਡਾ। ਉੱਥੇ ਫਿਰ ਜੀ ਕਿੱਲਾ ਲਾਟ ਹੋਇਆ। ਅੱਛਾ। ਫਿਰ ਇੱਥੋਂ ਅਸੀਂ ਚਲੇ ਗਏ ਭਾਈ ਲਾਲੀ ਪਰ। ਅੱਛਾ। ਲਾਲੀ ਪਰ ਸਾਰੇ ਪਿੰਡ ਦੇ ਵਿੱਚ ਅਸੀਂ ਫਿਰ ਸਾਨੂੰ ਸਿਆਲ ਦਾ ਮਹੀਨਾ ਦਾ। ਅੱਛਾ।
ਇਹ ਬੈਠਣ ਜੋਗੀ ਜਗ੍ਹਾ ਨਾ ਮਿਲੇ ਸਾਲ ਦਾ ਮਹੀਨਾ ਤੋਂ ਹਾਂ ਹਾਂ ਜਿਹੜੇ ਕੋਈ ਜਾਈਏ ਉਹ ਕਹੇ ਉਹ ਇੱਕ ਮੋਚੀ ਦਾ ਅੱਛਾ ਆਕਲ ਮੋਚੀ ਉਹਦਾ ਨਾਂ ਦਾ ਆਕਲ ਮੋਚੀ ਆਕਲ ਮੋਚੀ ਹਾਂ ਹਾਂ ਉਹਦੇ ਵੀ ਉਹ ਜਿੱਥੇ ਜੁੱਤੀਆਂ ਬਣਾਉਂਦਾ ਨਾ ਬਹਿ ਕੇ ਉਹਦਾ ਘਰ ਆ ਉੱਥੇ ਗੁਰੂ ਜਾ ਕੇ ਉਹਦੇ ਕੋਲ ਅੱਛਾ ਉਹਦੇ ਕੋਲ ਗਏ ਵੀ ਉਹਨੂੰ ਪੁੱਛਿਆ ਵੀ ਬਾਬਾ ਜੀ ਬਾਬਾ ਬੰਦਾ ਦਾ ਅੱਛਾ यहाँ पे जगह वेली पे सारी रात कटी ਹਾਂ ਹਾਂ ऐसा क्या भैया ਜੀ ਉੱਥੇ ਅਸੀਂ ਆਪਣਾ ਜਿਹੜਾ ਜਿੰਦੇ ਕੋ ਦੌਲਾ ਦਾ ਕਿਹਾ ਤਾਂ ਸਾਡੇ ਕੋਲ ਸਵਾਦ ਨਹੀਂ ਜੀ ਜੀ ਕੁਛ ਬਣਾ ਸੋ ਬਾ ਉੱਥੇ ਜਾ ਕੇ ਫਿਰ ਉਹਨਾਂ ਅਸੀਂ ਰਾਤ ਕੱਟੀ ਅੱਛਾ ਰਾਤ ਗਿਆ ਉੱਥੇ ਫਿਰ ਬਾਬਾ ਜੀ ਕੱਟਿਆ ਸੀ ਹਾਂ ਹਾਂ ਤੇ ਸੁਬਾਹ ਹੀ ਸਾਡਾ ਬੜਾ ਭਰਾ ਦਾ ਜਿਹੜਾ ਜੀਜ ਜੀ ਉਹ ਨਿਕਲ ਗਿਆ ਚੜ੍ਹਦੇ ਪਾਸੇ ਨੂੰ ਅੱਛਾ ਉੱਥੇ ਚੜੋਵੇ ਵੱਜਦੇ ਤੇ ਹੁਣ ਅੱਛਾ ਤੇ ਉਹਦੇ ਤੇ 7 ਫੁੱਟ ਚੜੋਵੇ ਹੂੰ ਉੱਥੇ ਜਾ ਕੇ ਉਹ ਗੋਂਗੂ ਪੜਦੇ ਆ ਮਾਰ ਲਈ ਹਾਂਜੀ ਹਾਂਜੀ ਇਹ ਸਾਡਾ ਭਰਾ ਵੀ ਜਾ ਕੇ ਚੁੱਕ ਕਰਕੇ ਉਹਨੇ ਨਾਲ ਗੋਂਗੂ ਕੱਟਣ ਵਾਸਤੇ ਅੱਛਾ ਪੜਦੇ ਨੇ ਖੋਤੀ ਉਹਨਾਂ ਦੇ ਕੋਲ ਦੇ ਅੱਛਾ ਖੋਤੀ ਦੇ ਕੋਲ ਨਹੀਂ ਲੈਂਦੇ ਹਾਂ 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 ਉਹ ਪਾਸੇ ਜਿਹੜੇ ਲੱਗੇ ਤੇ ਫਿਰ ਇਹਨੇ ਵੀ ਇਸਲੇ ਉਹ ਉੱਥੇ ਪੱਟਦੇ ਉਹਨਾਂ ਦੇ ਪੱਠੇ ਪੂਰੇ ਹੋ ਗਏ ਅੱਛਾ ਉਹ ਕਹਿੰਦੇ ਜੀ ਨੂੰ ਕਦੇ ਭਾਈ ਨੂੰ ਇਹ ਭਾਈਆ ਉਹਨੇ ਕਿਹਾ ਵੀ ਖਾਣ ਲਈ ਪੜਦਾ ਹੂੰ ਉਹਨੇ ਕਿਹਾ ਭਾਈਆ ਤੇਰੇ ਕੋਲ ਇਹ ਚੱਕ ਕੇ ਨਹੀਂ ਹੋਣੇ ਤੇ ਇੰਨੇ ਪੱਟਦੇ ਤੈਨੂੰ ਹਾਂ ਬਸ ਕਰ ਦੂੰਗੀ ਅੱਛਾ ਇਹ ਕਹਿੰਦਾ ਮੈਂ ਕਿਆ ਕਰਨਾ ਹੈ, ਮੈਂ ਤਾਂ ਤੁਹਾਡੇ ਨਾਲ ਪਟਾਉਂਦਾ ਭਾਈ ਅੱਛਾ ਹੈ ਹਾਂ ਹਾਂ ਉਹਨਾਂ ਨੇ ਭਾਈ ਉਹ ਖੋਤੀ ਦਾ ਫੇਰਾ ਛੱਡਿਆ ਦਾ ਮੁੜ ਕੇ ਉਹ ਲੱਗ ਗਿਆ ਅੱਛਾ ਉਹਨੂੰ ਘਰ ਨੂੰ ਲੱਗਿਆ ਆ ਜਾ ਬੇਲੀਆ ਸਾਡੇ ਨਾਲ ਅੱਛਾ ਆ ਕੇ ਚਲਾ ਗਿਆ ਹਾਂ ਹਾਂ ਉਹ ਜਾ ਕੇ ਆਪਣੀ ਮਾਂ ਨੂੰ ਕਹਿੰਦਾ ਮਾਂ ਹਾਂ ਹਾਂ ਇਸ ਬੇਲੀ ਨੇ ਸਾਡੇ ਨਾਲ ਘਾਹ ਪਟਾਇਆ ਹੈ, ਅੱਛਾ ਇਹਨੂੰ ਟੁੱਕਰ ਦੇ ਅੱਛਾ ਉਹਨੂੰ ਟੁੱਕਰ ਦਿੱਤਾ ਮੈਂ ਲੱਸੀ ਦਿੱਤੀ ਫਿਰ ਰੋਟੀ ਦਿੱਤੀ ਖੜਾਈ ਹਾਂ ਹਾਂ ਸ਼ਾਮ ਤੇ ਉੱਥੇ ਰੱਖਿਆ ਅੱਛਾ ਸ਼ਾਮ ਨੂੰ ਮਾਂ ਜੀ ਤੇ ਹਾਂ ਪੁੱਤ ਇਹ ਬੇਲੀ ਨੂੰ 20 ਸਿਰ ਦਾਣੇ ਦੇ ਅੱਛਾ ਇਹ ਆਪਣਾ ਬਹਾ ਲੈਣਗੇ ਹਾਂ ਹਾਂ ਮੈਂ 20 ਸਿਰ ਦਾਣੇ ਦਿੱਤੇ ਭਾਈ ਅੱਛਾ ਮੈਂ ਕਿਹਾ ਜੀ ਸਾਡਾ ਉੱਥੇ ਆ ਗਿਆ ਉਹ ਅੰਕਲ ਮੋਚੀ ਦੇ ਅੱਛਾ ਉਹ ਕਿਹਾ ਕੇ ਰੋਟੀ ਖਾਣ ਲੱਗੇ ਆਪਣੀ ਅੱਛਾ ਮੈਂ ਫਿਰ ਤਾਂ ਉਹਨਾਂ ਨਾਲ ਐਡੀ ਦੋਸਤੀ ਬਣੀ ਜੀ ਜੀ ਚੜਾਇਆ ਨਾ ਹਾਂ ਹਾਂ ਉਹਨਾਂ ਨੇ ਕਹਿਣਾ ਵੀ ਵਧੀਆ ਲੱਸੀ ਲੈ ਜਾ ਕੋਈ ਲੱਸੀ ਉਹਨਾਂ ਕੋਲ ਮਾਲ ਆਤਾ ਰਹਾ ਅੱਛਾ ਮੱਝਾਂ ਗਾਇਆ ਪੈਦਾ ਬੱਕਰੀਆਂ ਹਾਂ ਹਾਂ और ਲੱਸੀ ਗਾਂ ਜਾਣਾ ਸੀ ਅੱਛਾ ਉਹਨਾਂ ਦੀ ਮਾਈ ਨੇ ਇਹਨਾਂ ਨੂੰ ਮੱਖਣ ਜੀ ਜੀ ਉਹਦੇ ਨਾਲ ਕਹਿਣਾ ਰੋਟੀ ਮੱਖਣ ਅੱਛਾ ਕਦੇ 2-4 ਸਿਰ ਮਿੱਠਾ ਦੇ ਦੇਣਾ ਅੱਛਾ ਸਾਡਾ ਤਾਂ ਉਹਨਾਂ ਨਾਲ ਬਰਦਾਸ਼ਤ ਹੋ ਗਿਆ ਅੱਛਾ ਕਮਾਦ ਉਹਨਾਂ ਦੇ ਵੀ ਗਿਆ ਤਾਂ 3-4 ਕਿੱਲੇ ਆਹ ਖੜਾ ਬਾਦਸ਼ਾਹ ਹਾਂ ਹਾਂ ਉਹਦੇ ਕਮਾਦ ਪੀਣ ਲੱਗ ਪਿਆ ਬੇਲਣਾ ਕਰ ਲਿਆ ਉਹ ਸਾਡੇ ਬੁੜੇ ਨੂੰ ਕਹਿੰਦਾ ਆਓ ਆ ਛੋੜ ਸਾਨੂੰ ਜਦੇ ਅੱਛਾ ਬੇਲਣਾ ਕਰਨਾ ਤੇ ਬਾਦਲ ਸਕਾਇਆ ਕਰਨਗੇ ਚੋਕਾ ਦਾ ਹਾਂ ਹਾਂ ਉਹਨਾਂ ਦਾ ਸਾਡਾ ਕਿਹੜਾ ਕਾਰੋਬਾਰ ਦਾ ਕੋਈ ਨਾ ਹਾਂ। ਖੇਤੀ ਨਾ ਕੋਈ ਨਾ ਨਾ ਜੀ ਜੀ ਉਸ ਕਹਿੰਦਾ ਜਾ ਭਾਈ ਅੱਛਾ ਅਸੀਂ ਉੱਥੇ ਚਲੇ ਜਾਣਾ ਸੌਦੇ ਮਿੰਟੜੇ ਅੱਛਾ ਉਹ ਜਿਹੜੀ ਮਾਈ ਸੀ ਹਾਂ ਹਾਂ ਉਹਨੇ ਸਾਡੇ ਕੋਲੋਂ ਚੌਕਾ ਇੱਕ ਦਿਨ ਨਹੀਂ ਦਵਾਇਆ ਅੱਛਾ ਇਹਨੇ ਲੋਕ ਵੀ ਨਹੀਂ ਚੁੱਪੇ ਜਿਹਨੂੰ ਖਾਂਦੇ ਹਾਂ ਹਾਂ ਨਾ ਬੱਚੇ ਬੂੜੇ ਬੱਚੇ ਨੇ ਵਿਚਾਰੇ, ਮੇਰੇ ਬੱਚੇ ਭੋਲੇ ਬੱਚੇ ਆ। ਕੋਲੇ ਬੱਚੇ ਨਾ ਪੁੱਤਰ ਤੁਹਾਨੂੰ ਸੇਕ ਲੱਗ ਸੀ ਜੀ ਜੀ ਤੁਹਾਨੂੰ ਤਾਪਾ ਸੀ ਨਹੀਂ ਤੁਸੀਂ ਬਾਲਣ ਸਕਾਇਆ ਕਰੋ ਬੇਲਣੇ ਦੇ ਪਿੱਛੋਂ ਬਾਹਰ ਸੁੱਟ ਕੇ ਬਾਲਣ ਸਕਾ ਲਿਆ ਜੀ ਜੀ ਸੁੱਕਿਆ ਬਾਲਣ ਨੇ ਚੱਲੇ ਅੰਦਰ ਚੌਕਾ ਮੈਂ ਨਾ ਸਾਂ ਅੱਛਾ ਉਸ ਮਾਈ ਨੇ ਚੌਕਾ ਲੱਗਾ ਜੀ ਜੀ ਨਾ ਉਹਨੇ ਜਿਹੜੇ ਮੇਰੇ ਕਰਨੇ ਨਾ ਕਰ ਦੂੰਗਾ ਜੀ और क्या कर वो लोगों ने सब ਅੱਛਾ ਹਾਂ ਹਾਂ सादा
ਕਰਦੇ ਬਣਾਉਂਦੇ ਅੱਜ ਹੋਰ ਕੰਮ ਜੀ ਜੀ ਦਿਨ ਗੁਜ਼ਰ ਗਏ ਗੁਜ਼ਰ ਕੇ ਜੀ ਜੀ ਜਿਹੜਾ ਮਾਲ ਡੰਗਰ ਸੀ ਉੱਥੇ ਪਿੰਡ ਵਾਲਿਆਂ ਨੇ ਗਾਈਆਂ ਮੱਝਾਂ ਜਦ ਕੋਈ ਸੋਨਾ ਰੁਪਈਆ ਉਹਨਾਂ ਨੇ ਹਥਿਆਰ ਵਗੈਰਾ ਨਹੀਂ ਸੀ ਚੱਕਣ ਦਿੱਤੇ ਸਾਡੇ ਮੜੇ ਬੁੜੀ ਕੋਲ ਪਿਛਲੇ 20 ਸਿਰ ਚਾਂਦੀ ਤੇ ਸੋਨਾ ਤੇ ਅੱਛਾ 20 ਸਿਰ ਹਾਂ ਹਾਂ ਤੇ ਚਾਂਦੀ ਦੇ ਰੁਪਈਏ ਤੇ ਉਦੋਂ ਕਾਗਜ਼ ਦਾ ਰੁਪਈਆ ਕੋਈ ਨਹੀਂ ਸੀ ਅੱਛਾ ਇਹ ਜਿਸਲੇ ਹੱਲਾ ਗੁੱਲਾ ਪਿਆ ਨਾ ਸਾਡਾ ਖਾਤਾ ਦਾ ਬੜਾ ਖੁੱਲਾ ਅੱਛਾ ਉੱਥੇ ਬਾਲਣ ਚਿੰਗਾ ਤੇ ਬੋਰਾ ਬੜਾ ਤੇ ਬਕਵਾ ਦੀਆਂ ਸੜੀਆਂ ਜੀ ਜੀ अस्सलाम भी क्या है ਜੀ ਉੱਥੇ ਸੜੀਆਂ ਜੀ ਉਹ ਅਸੀਂ ਬਾਜਾ ਬਾਜਾ इधर बैठो इधर बैठो ਅੱਛਾ ਉਹ ਟਰੰਕ ਭਰ ਕੇ ਤੇ ਪੈਸੇ ਵੀ ਤੇ ਸੋਨਾ ਵੀ ਚਾਂਦੀ ਵੀ ਤੇ ਗੱਡੀਆਂ ਹਟਾ ਕੇ ਬਾਲਣ ਪਾਸੇ ਫਿਰ ਉਹਦੇ ਵੇਖਦਾ ਵੀ 4 ਦਿਨ ਦੀ ਹੋਰ ਦੌੜਵਾ ਹਾਂ ਹਾਂ ਪਾਸੇ ਆਸੇ ਜਾਣਾ ਤੇ ਮੁੜ ਕੇ ਫੇਰ ਆ ਜਾਣਾ ਤੇ ਆ ਕੇ ਕੱਲ ਚੱਕ ਲਵਾਂਗੇ ਚੱਕ ਲਵਾਂਗੇ ਆਪਣਾ ਬਚਣਾ ਹੀ ਹਾਂ ਹਾਂ ਉਹ ਇਸ ਤਰੀਕੇ ਨਾਲ ਅੱਛਾ ਬਾਕੀ ਕੁਛ ਵੀ ਨਹੀਂ ਪੱਲੇ ਰਿਹਾ ਫਿਰ ਤਾਂ ਖਾਲੀ ਹੱਥੀਂ ਆਏ ਤੁਸੀਂ ਇੱਕ ਦਵਾਨੀ ਵੀ ਨਹੀਂ ਸੀ ਕਿ ਨਾ ਸਾਡੇ ਬੁੜੇ ਕੋਲ ਕਿਸੇ ਕੋਲ ਕਿਸੇ ਜੀਵ ਕੋਲ ਸਾਡੇ ਨਾਲ ਇੱਕ ਮਾਮਾ ਸਾਡਾ ਆਇਆ ਅੱਛਾ ਉਹਦੇ ਕੋਲ ਦਾ ਉਹ 3 ਭਾਈ ਤੇ ਅੱਛਾ ਉਹ ਜਿਸ ਵੇਲੇ ਉੱਜੜੇ ਆ ਤੇ ਉਹਨਾਂ ਨੇ 300 ਰੁਪਈਆ 3 ਭਾਈਆਂ ਨੇ ਉਹਨਾਂ ਕਿ ਆਪਣਾ ਆਪਣਾ ਜੇਬ ਬਾਲੋ ਪਤਾ ਨਹੀਂ ਕਿੱਧਰ ਨੂੰ ਕਿਸੇ ਦਾ ਹਾਂ ਮੂੰਹ ਹਾਂ ਹੋ ਜਾਣਾ ਬਿਲਕੁਲ 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 ਤੇ ਆਪਣਾ ਖਰਚਦਾ ਨਾ ਜੀ, ਜੀ। ਉਸ 300 ਨਾਲ ਅਸੀਂ ਪਾਕਿਸਤਾਨ 'ਚ ਪਹੁੰਚੇ ਅੱਛਾ ਬੜਾ ਦਿਲ ਖੁਸ਼ ਹੋ ਗਿਆ ਤੁਹਾਡੀ ਦੁਖੀ ਦਾਸਤਾਨ ਸੁਣ ਕੇ ਤੁਸੀਂ ਹੁਣ ਜ਼ਿੰਦਾ ਹੋ ਗਏ ਆ ਤੇ ਅੱਲਾ ਖੈਰ ਕਰੇ ਅਸੀਂ 100 ਸਾਲ ਬਾਅਦ ਇਹ ਵੀਡੀਓ ਤੁਹਾਡੀ ਦੇਖ ਸਕਦੇ ਬਸ ਇਹ ਗੱਲਾਂ ਨੇ ਗੱਲ ਹੁੰਦੀ ਨਹੀਂ ਰੋਣਾ ਜਾਂਦਾ ਜੀ ਬਿਲਕੁਲ ਰੋਣ ਆ ਜਾਂਦਾ ਜਿਹੜੇ ਬਾਗਰ ਦੇਖਦੇ ਸੁਣਨੇ ਵਾਲੇ ਨੂੰ ਰੋਣ ਆ ਜਾਂਦਾ ਤੇ ਗੱਲ ਜਿਹਨੇ ਦੇ ਦੇ ਬੀਤੀ ਆ ਉਹਨੂੰ ਤਾਂ ਫਿਰ ਜ਼ਿਆਦਾ ਹੀ ਰੋਣ ਆਣਾ ਠੀਕ ਆ ਮਿਹਰਬਾਨੀ ਬੜਾ ਦਿਲ ਖੁਸ਼ ਹੋ ਗਿਆ ਇਸ ਵਕਤ ਅਸੀਂ ਇੱਥੇ ਬੈਠੇ ਆ ਬਾਬਾ ਸਤਾਰ ਦੇ ਕੋਲ ਇਹਨਾਂ ਦੀ ਗੱਲਬਾਤ ਸੁਣੀ ਹੈ ਬੜਾ ਦੁੱਖ ਹੋਇਆ ਸੁਣ ਕੇ ਗੱਲਬਾਤ